समाज का काम जिहड़ा आ ਉਹ ਕਦੇ ਵੀ ਮਾੜਾ नहीं ਹੁੰਦਾ। शर्त यह है कि तुहाडी नीति जिहड़ी आ ਉਹ नेक और ईमानदारी भरी होनी वाले कारज आ ਜਾਂ लोक सेवा के कारज आ ਉਹ ਸਾਡੇ ਹਿੱਸੇ ਅਕਸਰ ਹੀ ਪਿੰਡ ਦਾ ਜਿਹੜਾ ਸਰਪੰਚ ਆ ਉਹ ਤਹਿਸੀਲ ਲੈਵਲ 'ਤੇ ਸੰਘਰਸ਼ ਵਿੱਚ ਕਿੱਦਾਂ ਪਹੁੰਚ ਗਿਆ, ਇਹ ਕਿੱਦਾਂ ਰਿਹਾ ਤਜਰਬਾ, ਇਹਦੇ ਬਾਰੇ ਵੀ ਦੱਸਿਓ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਆਈਡੀਓਲੋਜੀ ਨੂੰ ਮੰਨਣ ਵਾਲੇ ਆ। ਸਾਡੀ ਸਾਰੀ ਕਮੇਟੀ ਜਿਹੜੀ ਆ ਉਹ ਆਈਡੀਓਲੋਜੀ ਨੂੰ ਮੰਨਦੀ ਹੈ। ਸਾਹਿਬ ਕਾਂਸ਼ੀ ਰਾਮ ਦੇ ਨਾ ਅਸੀਂ ਕਦੀ ਆਪਣੀ ਪਾਰਟੀ ਹਾਈ ਕਮਾਂਡ ਤੋਂ ਕਦੀ ਕੋਈ ਅਹੁਦਾ ਮੰਗਿਆ, ਨਾ ਉਹਨਾਂ ਨੇ ਸਾਨੂੰ ਦਿੱਤਾ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਆਈਡੀਓਲੋਜੀ ਦੀ ਗੱਲ ਕਰਦੇ ਆ, ਫਿਰ ਉਹਨਾਂ ਮੁਤਾਬਕ ਤਾਂ ਇੱਥੇ ਬਹੁਜਨ ਸਮਾਜ ਦਾ ਰਾਜ ਹੋਣਾ ਤੁਹਾਡੇ ਵੱਲ ਨੂੰ ਤਾਂਹੀਓ ਆਉਂਦੇ ਆ ਜਦੋਂ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਲੋਕਾਂ ਦੀਆਂ ਆਸਾਂ ਤੇ ਖਰੀਆਂ ਦੇ ਲੋਕ ਜਿਹੜੇ ਆ ਕਾਫੀ ਜਾਗਰਤ ਆ। ਦਲਿਤ ਅਤੇ ਪਿਛੜੇ ਜੇ ਮਿਲ ਕੇ ਸੰਘਰਸ਼ ਕਰਨ ਤਾਂ ਇਹ ਬ੍ਰਾਹਮਣਵਾਦੀ ਸਰਕਾਰਾਂ ਤੁਹਾਡੇ ਬੂਟਾਂ ਦੇ ਤਸਮੇ ਖੋਲ੍ਹਣ 'ਚ ਮਾਣ ਮਹਿਸੂਸ ਕਰਨਗੇ। ਸਿੱਖਿਆ ਤੋਂ ਬਿਨਾਂ ਤੁਹਾਡੀ ਗੁਲਾਮੀ ਅਤੇ ਗਰੀਬੀ ਦੂਰ ਨਹੀਂ ਹੋ ਸਕਦੀ। ਜਿਨ੍ਹਾਂ ਨੂੰ ਜਵਾਨੀ ਵਿੱਚ ਚਮਚਾਗਿਰੀ ਦੀ ਆਦਤ ਪੈ ਜਾਂਦੀ ਹੈ, ਉਹਨਾਂ ਦੀਆਂ ਸਾਰੀ ਉਮਰ ਦਲਾਲੀ ਵਿੱਚ ਹੀ ਨਿਕਲ ਜਾਂਦੀ। ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ। ਦੇਸ਼ ਵਿਦੇਸ਼ 'ਚ ਬੈਠੇ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਰਜਿੰਦਰ ਸਿੰਘ ਬਿਲਗਾ ਵੱਲੋਂ ਬਹੁਤ ਬਹੁਤ ਧੰਨਵਾਦ। ਆਓ ਅੱਜ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਮਿਲਾਉਂਦੇ ਹਾਂ ਜਿਨ੍ਹਾਂ ਨੇ ਪੰਚਾਇਤ ਮੈਂਬਰ ਤੋਂ ਲੋਕ ਸੇਵਾ ਸ਼ੁਰੂ ਕਰਕੇ ਸਰਪੰਚੀ ਦੇ ਕਾਰਜਕਾਲ ਤੋਂ ਅੱਗੇ ਕਿਵੇਂ ਇਲਾਕੇ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਜਿਹੜੀ ਲੜਾਈ ਲੜੀ ਜਾ ਰਹੀ ਆ। ਆਓ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਪਿੰਡ ਮਠੱਡਾ ਕਲਾਂ ਦੇ ਸਰਪੰਚ ਕਾਂਤੀ ਮੋਹਨ ਜੀ ਨਾਲ, ਜਿਨ੍ਹਾਂ ਨੂੰ ਭਾਵੇਂ ਤੁਸੀਂ ਹੁਣ ਤੱਕ ਵੱਖ-ਵੱਖ ਸੰਘਰਸ਼ਾਂ ਵਿੱਚ ਸੁਣਿਆ ਹੈ। ਅੱਜ ਇਹਨਾਂ ਨਾਲ ਗੱਲ ਕਰਦੇ ਹਾਂ ਔਰ ਇਹਨਾਂ ਨੂੰ ਕਰਾਂਗੇ ਕਈ ਸਵਾਲ ਜਿਨ੍ਹਾਂ ਦੇ ਵਿੱਚ ਲਵਾਂਗੇ ਇਹਨਾਂ ਕੋਲ ਜਵਾਬ। ਸਰਪੰਚ ਸਾਹਿਬ ਤੁਹਾਡਾ ਬਿਲਗਾ ਨਿਊਜ਼ ਆਨਲਾਈਨ 'ਤੇ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਬਿਲਗਾ ਨਿਊਜ਼ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਪੰਚ ਸਾਹਿਬ ਤੁਸੀਂ ਆਪਣਾ ਜਿਹੜਾ ਸਿਆਸਤ ਦੇ ਅੰਦਰ ਪੰਚਾਇਤ ਮੈਂਬਰ ਤੋਂ ਸ਼ੁਰੂ ਕੀਤਾ ਇਹ ਕਰਮ, ਜਿਸ ਤਰ੍ਹਾਂ ਤੁਸੀਂ ਹੁਣ ਤੱਕ ਦੂਸਰੀ ਵਾਰੀ ਪਿੰਡ ਮਠੱਡਾ ਕਲਾਂ ਦੇ ਵਿੱਚ ਸਰਪੰਚ ਚੁਣੇ ਗਏ ਹੋ ਔਰ ਪਿੰਡ ਦੇ ਲੋਕਾਂ ਨੇ ਤੁਹਾਡੇ 'ਤੇ ਬੜਾ ਵਿਸ਼ਵਾਸ ਕਰਕੇ ਦੂਸਰੀ ਵਾਰ ਤੁਹਾਨੂੰ ਫੇਰ ਜਿਹੜਾ ਜਿਤਾਇਆ ਆ। ਇੱਥੋਂ ਅੱਗੇ ਤੁਸੀਂ ਇਲਾਕੇ ਦੇ ਪਿੰਡਾਂ ਦੇ ਲੋਕਾਂ ਦੀ ਸੇਵਾ ਕਰ ਰਹੇ ਹੋ, ਇਹ ਕਿਸ ਤਰ੍ਹਾਂ ਲੱਗ ਰਿਹਾ ਇਹ ਸਾਰਾ ਕੁਝ, ਇਹਦੇ ਬਾਰੇ ਸਾਡੇ ਸਰੋਤਿਆਂ ਨੂੰ ਦੱਸਿਓ। ਠੀਕ ਹੈ ਜੀ, ਬਹੁਤ ਅੱਛਾ ਲੱਗ ਰਿਹਾ ਕਿਉਂਕਿ ਲੋਕ ਸੇਵਾ ਜਿਹੜੀ ਆ, ਸਮਾਜ ਦਾ ਕੰਮ ਜਿਹੜਾ ਆ ਉਹ ਕਦੇ ਵੀ ਮਾੜਾ ਨਹੀਂ ਹੁੰਦਾ। ਸ਼ਰਤ ਇਹ ਹੈ ਕਿ ਤੁਹਾਡੀ ਨੀਤੀ ਜਿਹੜੀ ਆ ਉਹ ਨੇਕ ਔਰ ਇਮਾਨਦਾਰੀ ਭਰੀ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਪੰਚਾਇਤ ਵਿੱਚ ਤੁਸੀਂ ਪਹਿਲਾਂ ਮੈਂਬਰ ਫਿਰ 2 ਵਾਰੀ ਸਰਪੰਚ ਚੁਣੇ ਗਏ ਹੋ, ਹੁਣ ਤੱਕ ਬੜਾ ਫਿਰ ਤਜਰਬਾ ਹੋ ਗਿਆ ਹੋਣਾ ਜੀ। ਕਿਸ ਤਰ੍ਹਾਂ ਲੋਕਾਂ ਨੂੰ ਇੱਥੇ ਡਿਵੈਲਪਮੈਂਟ ਦੇ ਕੰਮ ਜਾਂ ਲੋਕਾਂ ਦੀਆਂ ਛੋਟੀਆਂ ਪਿੰਡਾਂ 'ਚ ਮੁਸ਼ਕਲਾਂ ਹੁੰਦੀਆਂ ਉਹਨਾਂ ਨੂੰ ਸਾਥ ਦੇਣਾ, ਇਹ ਤੁਹਾਡੇ ਜਿੰਮੇ ਲੱਗਾ ਕੰਮ, ਕਿੱਦਾਂ ਦਾ ਲੱਗਦਾ ਹੈ? ਚੰਗਾ ਤਾਂ ਲੱਗਦਾ, ਲੇਕਿਨ ਬਹੁਤ ਖੁੱਲ੍ਹਦੀ ਨਾਲ ਨਹੀਂ ਕਿਹਾ ਜਾ ਸਕਦਾ ਕਿਉਂਕਿ ਜਿਹੜੇ ਸਮਾਜ ਦੇ ਲੋਕਾਂ ਨੇ, ਰਾਜਸੀ ਪਾਰਟੀਆਂ ਨੇ ਲੋਕਾਂ ਦਾ ਸਾਥ ਦੇਣਾ ਸੀ, ਉਹ ਅੱਜ ਮਨੂਵਾਦੀ ਪਾਰਟੀਆਂ ਦੇ ਨਾਲ ਜਾਂ ਕਹਿ ਲਈਏ ਲੈਂਡ ਮਾਫੀਏ ਨਾਲ ਜਾਂ ਸ਼ਰਾਬ ਮਾਫੀਏ ਨਾਲ ਜਾਂ ਜਿਹੜੇ ਹੋਰ ਵੀ ਇਲਾਕੇ ਅੰਦਰ ਜਿਹੜੇ ਮਾਫੀਏ ਆ ਉਹ ਸਰਗਰਮ ਆ, ਉਹਨਾਂ ਦੇ ਨਾਲ ਮਿਲੀ ਭੁਗਤ ਹੋਣ ਕਰਕੇ ਜਿਹੜਾ ਇੱਦਾਂ ਦਾ ਨੇਕ ਨੀਤੀ ਵਾਲੇ ਕਾਰਜ ਆ ਜਾਂ ਲੋਕ ਸੇਵਾ ਦੇ ਕਾਰਜ ਆ ਉਹ ਸਾਡੇ ਹਿੱਸੇ ਅਕਸਰ ਹੀ ਆ ਜਾਂਦੇ ਆ। ਪਿੰਡ ਦੀ ਰਾਜਨੀਤੀ 'ਚ ਹਮੇਸ਼ਾ ਜਿਹੜਾ ਮੈਂਬਰ ਪੰਚਾਇਤ ਸਰਪੰਚ ਆ ਉਹਦਾ ਤਾਂ ਸਮਾਂ ਜਿਹੜਾ ਆ ਪਿੰਡ ਦੇ ਰੁਝੇਵਿਆਂ 'ਚੋਂ ਹੀ ਨਹੀਂ ਲੱਗਦਾ, ਪਰ ਤੁਸੀਂ ਇੱਥੋਂ ਅੱਗੇ ਜਿਹੜਾ ਤਹਿਸੀਲ ਲੈਵਲ 'ਤੇ ਜਿਹੜਾ ਪ੍ਰਬੰਧਕੀ ਕੰਪਲੈਕਸ ਆ, ਲੋਕਾਂ ਨੂੰ ਇਨਸਾਫ ਦੇਣ ਵਾਲੇ ਦਫ਼ਤਰ ਆ, ਜਿੱਥੇ ਮੈਂ ਤੁਹਾਨੂੰ ਅਕਸਰ ਦੇਖਦਾ ਹਾਂ ਪਿਛਲੇ ਸਮੇਂ 'ਚ ਲੋਕਾਂ ਨੂੰ ਤੁਸੀਂ ਇਨਸਾਫ ਦਿਵਾਉਣ ਲਈ ਤੁਹਾਨੂੰ ਦਰੀ ਵੀ ਕਈ ਵਾਰੀ ਵਿਛਾਉਂਦੇ ਦੇਖਿਆ। ਇਹ ਇੱਕ ਪਿੰਡ ਦਾ ਜਿਹੜਾ ਸਰਪੰਚ ਆ ਉਹ ਤਹਿਸੀਲ ਲੈਵਲ 'ਤੇ ਸੰਘਰਸ਼ ਵਿੱਚ ਕਿੱਦਾਂ ਪਹੁੰਚ ਗਿਆ, ਇਹ ਕਿੱਦਾਂ ਰਿਹਾ ਤਜਰਬਾ, ਇਹਦੇ ਬਾਰੇ ਵੀ ਦੱਸਿਓ। ਜਿੱਦਾਂ ਮੈਂ ਪਹਿਲਾਂ ਦੱਸ ਚੁੱਕਾ ਕਿ ਜਿਹੜੇ ਲੋਕਾਂ ਦੇ ਕੋਲ ਇਹ ਕੰਮ ਸੀ ਉਹਨੂੰ ਤਰੀਕੇ ਨਾਲ, ਇਮਾਨਦਾਰੀ ਨਾਲ ਜਾਂ ਦ੍ਰਿੜ
ਇਰਾਦੇ ਦੇ ਨਾਲ ਜਿਵੇਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸੰਵਿਧਾਨ ਨਿਰਮਾਤਾ ਸੀਗੇ, ਉਹਨਾਂ ਨੇ ਮਤਲਬ ਕਿ ਸਾਡੀ ਸਮਾਜ ਦੀ ਡਿਊਟੀ ਲਾਈ ਸੀ। ਰਾਜਸੀ ਪਾਰਟੀਆਂ ਜਿਹੜੀਆਂ ਉਹਨਾਂ ਨੇ ਬਹੁਤ ਸਾਰੇ ਕੰਮ ਲੋਕਾਂ ਨੂੰ ਸਮਾਜ ਸੇਵਾ ਦੇ ਵਿੱਚ ਕਰਕੇ ਦੇਣੇ ਸੀ। ਉਹਨਾਂ 'ਤੇ ਫੇਲ ਹੋਣ ਤੋਂ ਬਾਅਦ ਸਾਡੇ ਕੋਲੋਂ ਜਿਹੜਾ ਇੱਕ ਸੱਚੇ ਅੰਬੇਡਕਰੀ ਹੋਣ ਦੇ ਨਾਤੇ ਜਿਹੜਾ ਸਾਡੀ ਐਜੀਟੇਸ਼ਨ ਮਠੱਡਾ ਕਲਾਂ ਕਮੇਟੀ ਵੀ ਹੈ ਇੱਥੇ, ਉਹ ਵੀ ਸਾਡੀ ਅੰਬੇਡਕਰਾਈਜ਼ ਜਿਹੜੀ ਸਾਹਿਬ ਕਾਂਸ਼ੀ ਰਾਮ ਸਾਹਿਬ ਦੇ ਸਿਪਾਹੀ ਆ ਸਾਡੇ, ਸਾਰੀ ਟੀਮ। ਬਹੁਤ ਸਮਾਂ ਪਹਿਲਾਂ ਇੱਥੇ ਸਾਹਿਬ ਕਾਂਸ਼ੀ ਰਾਮ ਜੀ ਵੀ ਆਏ। ਤਾਂ ਇਸ ਕਰਕੇ ਜਿਹੜੀ ਉਹ ਸਾਡੀ ਕਮੇਟੀ ਆ ਉਹ ਸਾਰੀ ਨਿਆਂ ਜਿਹੜੀ ਪਸੰਦ ਆ। ਕਦੀ ਵੀ ਅਸੀਂ ਧੱਕਾ ਕਿਸੇ ਨਾਲ ਹੁੰਦਾ ਦੇਖ ਕੇ ਸਾਡੀ ਕਮੇਟੀ ਤੋਂ ਬਰਦਾਸ਼ਤ ਨਹੀਂ ਹੁੰਦਾ। ਫਿਰ ਉਹ ਕਮੇਟੀ ਵਾਲੇ ਸਾਨੂੰ ਜਿਹੜਾ ਨੋਮੀਨੇਟ ਕਰਦੇ ਆ ਕਿ ਤੁਸੀਂ ਜਾ ਕੇ ਇਹਨਾਂ ਦੀ ਇਹ ਲੜਾਈ ਜਿਹੜੀ ਲੜ ਕੇ ਤਾਂ ਲੋਕਾਂ ਨੂੰ ਇਨਸਾਫ ਲੈ ਕੇ ਦਿਓ। ਤੁਸੀਂ ਗੱਲ ਕੀਤੀ ਆ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ, ਇਹ ਤੋਂ ਮੇਰਾ ਸਵਾਲ ਹੈ ਕਿ ਤੁਸੀਂ ਬਸਪਾ ਪਾਰਟੀ ਨਾਲ ਸੰਬੰਧਿਤ ਹੋ? ਬਿਲਕੁਲ ਜੀ, ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਆਈਡੀਓਲੋਜੀ ਨੂੰ ਮੰਨਣ ਵਾਲੇ ਹਾਂ। ਸਾਡੀ ਸਾਰੀ ਕਮੇਟੀ ਜਿਹੜੀ ਆ ਉਹ ਆਈਡੀਓਲੋਜੀ ਨੂੰ ਮੰਨਦੀ ਹੈ। ਸਾਹਿਬ ਕਾਂਸ਼ੀ ਰਾਮ ਦੇ ਅਸੀਂ ਸਿਪਾਹੀ ਹਾਂ, ਬਲਕਿ ਸਾਡੀ ਸਾਰੀ ਜਿਹੜੀ ਕਮੇਟੀ ਹੈਗੀ ਆ 11 ਮੈਂਬਰੀ, ਉਹ ਸਾਰੀ ਹੀ ਜਿਹੜੀ ਆ ਸਾਹਿਬ ਨੂੰ ਮੰਨਦੇ ਆ। ਤਾਂ ਅਸੀਂ ਅੱਜ ਤੱਕ ਜਿਹੜਾ ਆ ਬਸਪਾ ਪਾਰਟੀ ਨੂੰ ਹੀ ਸਪੋਰਟ ਕਰਦੇ ਆਏ ਹਾਂ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਬਸਪਾ ਨੂੰ ਸਪੋਰਟ ਕਰਦੇ ਆ, ਪਾਰਟੀ ਵਿੱਚ ਤੁਹਾਡਾ ਕੋਈ ਅਹੁਦੇ ਬਾਰੇ ਦੱਸੋਗੇ ਕੀ ਉਹਦਾ? ਨਹੀਂ, ਅਸੀਂ ਐਜ਼ ਏ ਮੈਂਬਰ ਹੀ ਕੰਮ ਕਰਦੇ ਹਾਂ, ਕਿਉਂਕਿ ਨਾ ਅਸੀਂ ਕਦੀ ਆਪਣੀ ਪਾਰਟੀ ਹਾਈ ਕਮਾਂਡ ਤੋਂ ਕਦੀ ਕੋਈ ਅਹੁਦਾ ਮੰਗਿਆ, ਨਾ ਉਹਨਾਂ ਨੇ ਸਾਨੂੰ ਦਿੱਤਾ। ਅਸੀਂ ਲੋਕਾਂ ਦੀ ਭਲਾਈ ਵਾਸਤੇ ਆਪਣਾ ਕੰਮ ਜਿਹੜਾ ਵੀ ਇਮਾਨਦਾਰੀ ਦੇ ਨਾਲ ਕਰਦੇ ਆ ਰਹੇ ਹਾਂ। ਐਜੀਟੇਸ਼ਨ ਕਰਦਿਆਂ ਦੌਰਾਨ ਕਈ ਵਾਰੀ ਕਈ ਤਰ੍ਹਾਂ ਦੀਆਂ ਜਿਹੜੀਆਂ ਉਹ ਸਮੱਸਿਆਵਾਂ ਵੀ ਆ ਜਾਂਦੀਆਂ। ਕਈ ਜਗ੍ਹਾ 'ਤੇ ਪਾਰਟੀਆਂ ਇਨਵੋਲਵ ਨਹੀਂ ਹੋਣਾ ਚਾਹੁੰਦੀਆਂ ਹੁੰਦੀਆਂ, ਕਿਉਂਕਿ ਜਦੋਂ ਲੜਾਈ ਤਿੱਖੀ ਹੋ ਜਾਂਦੀ ਹੈ, ਰਾਜਸੀ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਵੋਟਾਂ ਵਾਲਾ ਕੰਮ ਵੀ ਹੁੰਦਾ ਕਈ ਵਾਰੀ, ਤਾਂ ਉਹ ਜਿਹੜਾ ਆ ਫਿਰ ਕਈ ਵਾਰੀ ਆਪਣਾ ਰਸਤਾ ਡਾਇਵਰਟ ਕਰਨ ਦੀ ਵੀ ਕੋਸ਼ਿਸ਼ ਕਰਦੀਆਂ। ਤਾਂ ਅਸੀਂ ਆਪਣੇ ਏਜੰਡੇ ਦੇ ਉੱਤੇ ਸਾਡੀ ਕਮੇਟੀ ਔਰ ਅਸੀਂ ਜਿਹੜੇ ਆ ਉਹ ਖੜ੍ਹੇ ਰਹਿ ਕੇ ਲਗਾਤਾਰ ਲੋਕਾਂ ਨੂੰ ਇਨਸਾਫ ਦਿਵਾਉਂਦੇ ਰਹਿੰਦੇ ਹਾਂ। ਸਰਪੰਚ ਸਾਹਿਬ, ਮੈਂ ਦੇਖਿਆ ਅਕਸਰ ਜਦੋਂ ਤੁਸੀਂ ਚਾਹੇ ਪੁਲਿਸ ਪ੍ਰਸ਼ਾਸਨ SHO ਲੈਵਲ ਦੀ ਗੱਲ ਕਰ ਲਈਏ, DSP ਲੈਵਲ ਦੀ ਗੱਲ ਕਰ ਦਈਏ, ਪਿਛਲੇ ਸਮੇਂ 'ਚ ਤੁਸੀਂ ਇਹਨਾਂ ਦਫ਼ਤਰਾਂ ਦੇ ਅੱਗੇ ਦਰੀ ਜਦੋਂ ਵਿਛਾਉਂਦੇ ਆ, ਉਹ ਮਾਮਲੇ ਜਿਹੜੇ ਆ ਕਿ ਇਹ ਪ੍ਰਸ਼ਾਸਨ ਉਹਨਾਂ ਨੂੰ ਆਪਣੇ ਤੌਰ 'ਤੇ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ, ਤਾਂ ਤੁਹਾਨੂੰ ਸੰਘਰਸ਼ ਕਰਨਾ ਪੈਂਦਾ, ਜਦੋਂ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਆ ਉਹ ਹਮੇਸ਼ਾ ਲੋਕਾਂ ਦੇ ਭਲੇ 'ਚ ਕੰਮ ਕਰਨ ਦਾ ਉਹਨਾਂ ਦਾ ਹੋਕਾ ਆ। ਤੁਸੀਂ ਜਿੱਦਾਂ ਦੱਸਿਆ ਵੀ ਅਸੀਂ ਵਰਕ ਰਹੀ ਹਾਂ, ਪਰ ਲੜਾਈ ਤੁਸੀਂ ਮੋਹਰੇ ਹੋ ਕੇ ਲੜਦੇ ਆ, ਇਹ ਕਿੱਥੇ ਕੁ ਫਰਕ ਆ ਤੁਹਾਡਾ ਤਾਂ ਉਹਨਾਂ ਦਾ? ਨਹੀਂ, ਅਸਲ 'ਚ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਜਾਂਦੀਆਂ ਰਾਜਸੀ ਪਾਰਟੀਆਂ, ਕਿਉਂਕਿ ਕੋਈ ਵੀ ਬੰਦਾ ਜਿਹੜਾ ਆ, ਕੋਈ ਵੀ ਲੀਡਰ ਜਿਹੜਾ ਆ, ਉਹ ਜਿਹਨੇ ਵੋਟ ਲੈਣੀ ਆ ਜੀ, ਉਹਨੇ ਮਤਲਬ ਦੇਖਣਾ ਹੈ ਕਿ ਜਿਹੜੇ ਬੰਦੇ ਦੇ ਖਿਲਾਫ ਅਸੀਂ ਕੋਈ ਕੰਮ ਕਰ ਰਹੇ ਹਾਂ ਉਹਦੀਆਂ ਵੋਟਾਂ ਜ਼ਿਆਦੀਆਂ ਹੈ ਜਾਂ ਦੂਜੇ ਦੀਆਂ ਵੋਟਾਂ ਜ਼ਿਆਦੀਆਂ ਹੈ। ਉਹ ਕਈ ਵਾਰੀ ਰਾਜਸੀ ਪਾਰਟੀਆਂ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਉਹ ਆਪਣਾ ਰੂਟ ਡਾਇਵਰਟ ਕਰ ਜਾਂਦੀਆਂ, ਅੱਖਾਂ ਫੇਰ ਜਾਂਦੀਆਂ, ਭਾਵ ਫਿਰ ਸਾਡੇ ਵਰਗੀਆਂ ਜਥੇਬੰਦੀਆਂ ਦੇ ਹਿੱਸੇ ਉਹ ਕਾਰਜ ਆ ਜਾਂਦੇ ਆ। ਜਿਹੜਾ ਤੁਸੀਂ ਕਿਹਾ ਕਿ ਬਈ ਕੰਪਲੈਕਸਾਂ ਦੇ ਮੂਹਰੇ ਤੁਹਾਨੂੰ ਆਪ ਦਰੀ ਵਿਛਾਉਂਦੇ ਆ ਜਾਂ ਤੁਸੀਂ ਆਪ ਕੰਮ ਕਰਦੇ ਆ, ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਆਈਡੀਓਲੋਜੀ ਮੁਤਾਬਕ ਉਹਨਾਂ ਨੇ ਕਿਹਾ ਸੀ ਕਿ ਅਸਲ ਸਮਾਜ ਦਾ ਨੇਤਾ ਉਹ ਹੈ ਜਿਹਦੇ ਕੋਲੋਂ ਸ਼ਾਸਨ ਪ੍ਰਸ਼ਾਸਨ ਸਰਕਾਰਾਂ ਖੌਫ ਖਾਂਦੀਆਂ ਹੋਣ। ਜੀ, ਤੁਹਾਡਾ ਖੌਫ ਹੋਣਾ ਚਾਹੀਦਾ। ਜੇ ਤੁਹਾਡਾ ਖੌਫ ਹੈ, ਤੁਹਾਡੀ ਸਰਕਾਰੇ ਦਰਬਾਰੇ ਸੁਣਵਾਈ ਹੈ, ਤਾਂ ਹੀ ਤੁਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਆਈਡੀਓਲੋਜੀ ਨੂੰ ਜਿਹੜਾ ਆ ਅੱਗੇ ਲਿਜਾ ਰਹੇ ਹੋ ਜਾਂ ਉਹਦਾ ਪ੍ਰਚਾਰ ਪ੍ਰਸਾਰ ਕਰ ਰਹੇ ਆ। ਜੇ ਤੁਸੀਂ ਸਮਾਜ ਦੇ ਵਿੱਚ ਬੇਨਿਆਈ ਹੁੰਦੀ ਦੇਖ ਕੇ, ਜਿਵੇਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਹਾ ਸੀ, ਜ਼ੁਲਮ ਕਰਨੇ ਵਾਲੇ ਸੇ ਸਹਿਣੇ ਵਾਲਾ ਜ਼ਿਆਦਾ ਗੁਨਹਗਾਰ ਹੁੰਦਾ ਹੈ। ਅਗਰ ਅਸੀਂ ਦੇਖ ਰਹੇ ਹਾਂ ਕਿ ਸਾਡੇ ਸਮਾਜ ਦੇ ਉੱਤੇ, ਜਾਂ ਅਸਲ ਦੇ ਵਿੱਚ ਸਾਡੀ ਜਥੇਬੰਦੀ ਦੀ ਇੱਕ ਹੋਰ ਵੀ ਖਾਸੀਅਤ ਆ ਜੀ, ਐਜੀਟੇਸ਼ਨ ਮਠੱਡਾ ਕਲਾਂ ਵੱਲੋਂ, ਜਿਵੇਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਦੀ ਕੋਈ ਭੇਦਭਾਵ ਨਹੀਂ ਰੱਖਿਆ ਸੀ। ਹਰ ਕਮਿਊਨਿਟੀ ਨੂੰ ਗੁਰਦੁਆਰਿਆਂ ਦਾ ਅਧਿਕਾਰ, ਉਹਨਾਂ ਦੇ ਸ੍ਰੀ ਸਾਹਿਬ ਪਾਉਣ ਦਾ ਅਧਿਕਾਰ ਜਿਹੜੇ ਆ, ਉਹ ਹਰ ਤਰ੍ਹਾਂ ਦੇ ਕਮਿਊਨਿਟੀ ਲਈ ਉਹਨਾਂ ਨੇ ਖਿਆਲ ਰੱਖਿਆ ਸੀ। ਅਸੀਂ ਹਰ ਕਮਿਊਨਿਟੀ ਲਈ ਧਰਨਾ ਪ੍ਰਦਰਸ਼ਨ ਕਰਕੇ ਉਹਨਾਂ ਨੂੰ ਇਨਸਾਫ ਦਿਵਾਇਆ। ਅਸੀਂ ਕਦੀ ਇਹ ਨਹੀਂ ਦੇਖਿਆ ਕਿ ਇਹ ਜ਼ਿਮੀਂਦਾਰ ਭਾਈਚਾਰੇ 'ਚੋਂ ਆ ਜਾਂ ਇਹ ਸੈਂਸੀ ਭਾਈਚਾਰੇ 'ਚੋਂ ਆ ਜਾਂ ਇਹ BC ਭਾਈਚਾਰੇ 'ਚੋਂ ਆ। ਹਰ ਤਰ੍ਹਾਂ ਦੇ ਐਜੀਟੇਸ਼ਨ ਜਿਹੜੇ ਆ ਉਹ ਸਾਡੇ ਹਿੱਸੇ ਆਏ ਆ, ਔਰ ਅਸੀਂ ਲਗਾਤਾਰ ਜਿੱਤ ਜਿਹੜੀ ਆ ਉਹ ਪ੍ਰਾਪਤ ਕਰਕੇ, ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਸਹਿਜੇ ਤਾਂ ਨਹੀਂ ਕੰਮ ਕਰਦਾ, ਕਿਉਂਕਿ ਜਿਹੜਾ ਤੁਹਾਨੂੰ ਪਤਾ ਹੀ ਆ, ਜਿਹੜੇ ਲੋਕ ਲੈਂਡ ਮਾਫੀ ਨਾਲ ਸੰਬੰਧਿਤ ਹੁੰਦੇ ਆ, ਜਿਹੜੇ ਲੋਕ ਸ਼ਰਾਬ ਮਾਫੀ ਨਾਲ ਸੰਬੰਧਿਤ ਹੁੰਦੇ, ਜਿਹੜੇ
ਲੋਕ ਰੇਤ ਬਜਰੀ ਦੇ ਨਾਲ ਸੰਬੰਧਿਤ ਹੁੰਦੇ ਆ। ਸ਼ਾਸਨ ਪ੍ਰਸ਼ਾਸਨ ਦੀ ਉੱਥੇ ਦਾਢੀ ਜਿਹੜੀ ਆ ਉਹ ਜਿਹੜੀ ਆ ਮਿਲੀ ਭੁਗਤ ਹੁੰਦੀ ਰਹਿੰਦੀ ਆ। ਸਰਪੰਚ ਸਾਹਿਬ, ਜਿੱਦਾਂ ਹੁਣ ਤੁਸੀਂ ਆਈਡੀਓਲੋਜੀ ਡਾਕਟਰ ਅੰਬੇਦਕਰ ਜੀ ਦੀ ਗੱਲ ਕਰਦੇ ਆ, ਕਈ ਪਾਰਟੀਆਂ ਜਿਹੜੀਆਂ ਬਾਕੀ ਦੀਆਂ ਵੀ ਉਹ ਵੀ ਸਾਰੀਆਂ ਇਹ ਕਹਿੰਦੀਆਂ ਵੀ ਅਸੀਂ ਡਾਕਟਰ BR ਅੰਬੇਦਕਰ ਜੀ ਦੀ ਆਈਡੀਓਲੋਜੀ 'ਤੇ ਚੱਲਦੇ ਹਾਂ। ਤੁਸੀਂ ਕਹਿੰਦੇ ਆ ਵੀ ਅਸੀਂ ਆਈਡੀਓਲੋਜੀ 'ਤੇ ਚੱਲ ਰਹੇ ਹਾਂ। ਇਹ ਕਿੱਦਾਂ ਪਤਾ ਲੱਗੇ ਵੀ ਤੁਹਾਡੇ ਉਹਨਾਂ ਧਿਰਾਂ 'ਚੋਂ ਜਾਂ ਤੁਹਾਡੇ ਵੱਲੋਂ ਕੀ ਪੈਮਾਨਾ ਆ ਵੀ ਕੌਣ ਵੱਧ ਚੱਲਦਾ? ਅਸਲ ਵਿੱਚ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਆਈਡੀਓਲੋਜੀ ਦੀ ਗੱਲ ਕਰਦੇ ਹਾਂ, ਫਿਰ ਉਹਨਾਂ ਮੁਤਾਬਕ ਤਾਂ ਇੱਥੇ ਬਹੁਜਨ ਸਮਾਜ ਦਾ ਰਾਜ ਹੋਣਾ ਚਾਹੀਦਾ ਸੀ ਜੀ। ਅਗਰ ਇਹਨਾਂ ਪਾਰਟੀਆਂ ਨੇ ਬਾਬਾ ਸਾਹਿਬ ਦੀ ਆਈਡੀਓਲੋਜੀ ਮੁਤਾਬਕ ਕੰਮ ਕੀਤਾ ਹੁੰਦਾ ਤਾਂ ਫਿਰ ਅੱਜ ਮਨੂਵਾਦ ਥੋੜ੍ਹਾ ਇੱਥੇ ਭਾਰਤ ਦੇ ਅੰਦਰ ਭਾਰੂ ਹੋਣਾ ਸੀ, ਜਾਂ ਪੰਜਾਬ ਦੇ ਅੰਦਰ ਜਿਵੇਂ ਹੁਣ ਇੱਕ ਤੂਫਾਨ ਦੀ ਤਰ੍ਹਾਂ ਮਨੂਵਾਦ ਜਿਹੜਾ ਆ ਉਹ ਪੰਜਾਬ ਵੱਲ ਨੂੰ ਭਾਰੂ ਹੁੰਦਾ ਆ ਰਿਹਾ। ਲੇਕਿਨ ਹੁਣ ਕਿੱਥੇ ਖੜੀਆਂ ਪਾਰਟੀਆਂ, ਰਾਜਸੀ ਪਾਰਟੀਆਂ ਜਿਹੜੀਆਂ ਬਾਬਾ ਸਾਹਿਬ ਨੂੰ ਮੰਨਣ ਵਾਲੀਆਂ, ਉਹਨਾਂ ਦੇ ਹੁੰਦਿਆਂ ਹੋਇਆਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਅੱਜ ਆ ਕਿਸਾਨ ਅੰਦੋਲਨ ਚੱਲ ਰਿਹਾ, ਮਜ਼ਦੂਰਾਂ ਦੇ ਉੱਤੇ ਐਡੇ ਵੱਡੇ ਅਤਿਆਚਾਰ ਹੋ ਰਹੇ ਆ। ਜਿਹੜੀਆਂ ਭਾਰਤ ਦੇ ਸੰਵਿਧਾਨ ਦੀਆਂ 104 ਸੋਧਾਂ ਹੋ ਗਈਆਂ ਇਹਨਾਂ ਦੇ, ਇਹਨੇ ਕਿੱਥੇ ਕੰਮ ਕੀਤਾ ਜੀ? ਜੇ ਇਹ ਕੰਮ ਕਰਦੀਆਂ ਹੁੰਦੀਆਂ ਤਾਂ ਸਾਡੇ ਵਰਗੇ ਜਿਹੜੇ ਛੋਟੇ ਛੋਟੇ ਐਜੀਟੇਸ਼ਨ, ਅਸੀਂ ਛੋਟੀਆਂ, ਸਾਡੀਆਂ ਜਥੇਬੰਦੀ ਸਾਡੀ ਛੋਟੀ ਆ, ਕੰਮ ਬੇਸ਼ੱਕ ਅਸੀਂ ਬਹੁਤ ਵੱਡੇ ਕੀਤੇ ਆ, ਲੇਕਿਨ ਸਾਡੀ ਜਥੇਬੰਦੀ ਤਾਂ ਇੱਕ ਛੋਟੇ ਲੈਵਲ 'ਤੇ ਜਾਂ ਤਹਿਸੀਲ ਲੈਵਲ 'ਤੇ ਹੀ ਆ। ਅਸੀਂ ਪੂਰੇ ਪੰਜਾਬ ਸਰਕਾਰ ਨੂੰ ਸਾਡੇ ਜਥੇਬੰਦੀ ਨੇ ਹਿਲਾ ਕੇ ਰੱਖਤਾ, ਝੰਜੋੜ ਕੇ ਰੱਖਤਾ ਜੀ। ਤਾਂ ਜੇ ਇਹ ਰਾਜਸੀ ਪਾਰਟੀਆਂ ਨੇ ਕੰਮ ਕੀਤੇ ਹੁੰਦੇ ਤਾਂ ਅੱਜ 104 ਸੋਧਾਂ ਵੀ ਨਾ ਹੁੰਦੀਆਂ, ਕਿਸਾਨ ਜਿਹੜਾ ਉਹ ਸੜਕਾਂ 'ਤੇ ਨਾ ਰੁਲਦਾ ਹੁੰਦਾ, ਮਜ਼ਦੂਰ ਜਿਹੜਾ ਆ ਉਹਦੇ ਖਿਲਾਫ ਜਿਹੜੇ ਬਿੱਲ ਲਿਆ ਕੇ ਕੇਂਦਰ ਸਰਕਾਰ ਨੇ ਅੱਜ ਦੱਸਤਾ ਕਿ ਅਸੀਂ ਮਨੂਵਾਦੀ ਹਾਂ। ਔਰ ਤੁਹਾਡੇ ਨਾਲ ਤੁਹਾਡੇ ਬਹੁਜਨ ਸਮਾਜ ਦੀਆਂ ਜਿਹੜੀਆਂ ਵੀ ਪਾਰਟੀਆਂ, ਚਾਹੇ 13-14 ਪਾਰਟੀਆਂ, ਇੱਥੇ ਮੈਂ ਕਿਸੇ ਇੱਕ ਨੂੰ ਨਹੀਂ ਕਹਿ ਰਿਹਾ, ਅਗਰ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਅੱਜ ਬਹੁਜਨ ਸਮਾਜ ਦਾ ਰਾਜ ਹੁੰਦਾ। ਸਹੀ ਗੱਲ ਆ। ਅੱਛਾ ਸਰਪੰਚ ਸਾਹਿਬ, ਇਹ ਤੁਹਾਡੀ ਗੱਲ ਤੋਂ ਇੱਦਾਂ ਲੱਗਦਾ ਆ ਵੀ ਤੁਹਾਡਾ ਕਹਿਣ ਦਾ ਮਤਲਬ ਇਹ ਹੀ ਆ ਵੀ ਲੋਕ ਤੁਹਾਡੇ ਵੱਲ ਨੂੰ ਤਾਂਹੀਓ ਆਉਂਦੇ ਆ ਜਦੋਂ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਲੋਕਾਂ ਦੀਆਂ ਆਸਾਂ 'ਤੇ ਖਰੀਆਂ ਨਹੀਂ ਉਤਰਦੀਆਂ, ਇਹ ਕਹਿਣਾ ਚਾਹੁੰਦੇ ਤੁਸੀਂ? ਬਿਲਕੁਲ ਜੀ, ਅਸੀਂ ਕੋਸ਼ਿਸ਼ ਵੀ ਇੱਦਾਂ ਹੀ ਕਰੀਦੀ ਹੈ। ਜਦੋਂ ਸਾਡੇ ਕੋਲ ਕੋਈ ਕੰਮ ਆ ਜਾਂਦਾ, ਫਰਜ਼ ਕਰੋ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਬੱਚੀ ਨਾਲ ਕੋਈ ਰੇਪ ਹੋ ਜਾਂਦਾ, ਜਾਂ ਕਿਤੇ ਬਹੁਤ ਵੱਡੇ ਪੱਧਰ 'ਤੇ ਕੋਈ ਕਈਆਂ ਪਿੰਡਾਂ ਦੇ ਵਿੱਚ ਲੜਾਈ ਹੋ ਜਾਂਦੀ ਆ, ਤਾਂ ਜਦੋਂ ਉਹ ਲੋਕ ਇੱਥੇ ਆਉਂਦੇ ਆ, ਅਸੀਂ ਉਹਨਾਂ ਨੂੰ ਕਹੀਦਾ ਵੀ ਪਹਿਲਾਂ ਆਪਣੇ ਹਲਕੇ ਦੇ MP ਕੋਲ ਜਾ ਕੇ ਆਓ, ਫਿਰ MLA ਕੋਲ ਜਾ ਕੇ ਆਓ। ਜਦੋਂ ਤੁਹਾਨੂੰ ਇਨਸਾਫ ਨਹੀਂ ਮਿਲੇਗਾ, ਸਾਡੀ ਜਥੇਬੰਦੀ ਜਿਹੜੀ ਆ ਉਹ ਸਾਨੂੰ ਨੋਮੀਨੇਟ ਕਰੇਗੀ ਮੈਨੂੰ, ਔਰ ਤੁਸੀਂ ਉਹਨਾਂ ਕੋਲ ਆਪਣੀ ਗੱਲ ਰੱਖਣਾ। ਅਸੀਂ ਆਪਣੇ ਡਾਕੂਮੈਂਟ ਲੈ ਕੇ ਉਹਨਾਂ ਤੋਂ ਅਸੀਂ ਇੱਕ ਐਫੀਡੈਵਿਟ ਲਈਦਾ, ਉਹ ਐਫੀਡੈਵਿਟ ਲੈ ਕੇ ਅਸੀਂ ਉਹਨਾਂ ਨੂੰ ਕਹੀਦਾ ਵੀ ਠੀਕ ਹੈ, ਹੁਣ ਅਸੀਂ ਤੁਹਾਨੂੰ ਇਨਸਾਫ ਲੈ ਕੇ ਦਿੰਦੇ ਹਾਂ, ਫਿਰ ਅਸੀਂ ਐਜੀਟੇਸ਼ਨ 'ਚ ਚਾਹੀਦਾ। ਸਰਪੰਚ ਸਾਹਿਬ, ਅਗਲਾ ਮੇਰਾ ਸਵਾਲ ਹੈ ਕਿ ਪੰਜਾਬ ਦੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਆ, ਉਹਨਾਂ ਤੋਂ ਜਿਸ ਤਰ੍ਹਾਂ ਕਿਸਾਨ ਅੰਦੋਲਨ ਦੇ ਅੰਦਰ ਸੰਯੁਕਤ ਮੋਰਚੇ ਨੇ ਇਹ ਅਪੀਲ ਕੀਤੀ ਆ ਪਿੰਡਾਂ ਦੇ ਨੌਜਵਾਨਾਂ ਨੂੰ ਕਿ 21 ਮੈਂਬਰੀ ਹਰ ਪਿੰਡ ਵਿੱਚ ਕਮੇਟੀ ਬਣੇ, ਔਰ ਉਹ ਜਿਹੜੇ ਨੌਜਵਾਨ ਕਮੇਟੀਆਂ 'ਚ ਹੋਣ, ਉਹ ਜਿਹੜੇ ਵੀ ਰਵਾਇਤੀ ਪਾਰਟੀਆਂ ਦੇ ਲੀਡਰ ਜਦੋਂ ਪਿੰਡਾਂ 'ਚ ਆਉਂਦੇ ਆ ਉਹਨਾਂ ਨੂੰ ਸਵਾਲ ਕਰਨ ਕਿ ਉਹਨਾਂ ਨੇ ਹੁਣ ਤੱਕ ਲੋਕਾਂ ਲਈ ਕੀ ਕੀਤਾ। ਇਹਦੇ ਸੰਬੰਧ 'ਚ ਤੁਸੀਂ ਵੀ ਕੋਈ ਇੱਥੇ 21 ਮੈਂਬਰੀ ਕਮੇਟੀ ਕੋਈ ਬਣਾਈ ਜਾਂ ਬਣਾ ਰਹੇ ਆ? ਬਹੁਤ ਅੱਛਾ ਸਵਾਲ ਹੈ ਤੁਹਾਡਾ। ਵੈਸੇ ਇਹ ਸ਼ਲਾਘਾਯੋਗ ਹੈ ਜਿਹੜਾ ਸੰਯੁਕਤ ਮੋਰਚੇ ਦਾ ਇਹ ਐਲਾਨ ਹੈਗਾ, ਅਸੀਂ ਇਹਦਾ ਵੈਲਕਮ ਵੀ ਕਰਦੇ ਹਾਂ। ਉਸ ਤੋਂ ਪਹਿਲਾਂ ਵੀ ਸਾਡੇ ਇੱਥੇ ਅਸੀਂ ਅਲਰਟ ਹੈਗੇ ਹਾਂ, ਸਾਡੇ ਪੰਚਾਇਤ ਐਕਟ 'ਚ ਵੀ ਹੈਗਾ ਵੀ ਜੇ ਕੋਈ ਲੀਡਰ ਜਿਹੜਾ ਆ ਉਹ ਤੁਹਾਡੇ ਪਿੰਡ ਦੇ ਵਿੱਚ ਕੋਈ ਧੜੇਬਾਜ਼ੀ ਬਣਾ ਰਿਹਾ ਜਾਂ ਤੁਹਾਡਾ ਕਿਤੇ ਕੋਈ ਸਾਥ ਨਹੀਂ ਦੇ ਰਿਹਾ, ਤੁਸੀਂ ਪੰਚਾਇਤੀ ਐਕਟ ਮੁਤਾਬਕ ਵੀ ਉਹਦੇ ਉੱਤੇ ਰੋਕ ਲਗਾ ਸਕਦੇ ਹਾਂ ਜੀ। ਇਹੀ ਕਾਰਨ ਰਿਹਾ ਕਿ ਅਸੀਂ ਇੱਥੋਂ ਇੱਕ ਵਾਰੀ ਅਕਾਲੀ ਦਲ ਦੇ MLA ਔਰ ਇੱਕ ਵਾਰੀ ਚੌਧਰੀ ਸੰਤੋਖ ਸਿੰਘ ਉਹਨਾਂ ਦੇ ਬੇਟੇ ਵਿਕਰਮਜੀਤ ਚੌਧਰੀ ਨੂੰ ਇੱਥੋਂ ਅਸੀਂ ਵਾਪਸ ਭੇਜਿਆ, ਕਿਉਂਕਿ ਠੱਡਾ ਕਲਾਂ ਦੇ ਲੋਕ ਜਿਹੜੇ ਆ ਕਾਫੀ ਜਾਗਰਤ ਆ। ਅਸੀਂ ਇਹ ਸਮਝਦੇ ਸੀ ਕਿ ਸ਼ਾਇਦ ਹੋ ਸਕਦਾ ਇਹ ਇਲਾਕੇ ਵਿੱਚ ਵੀ ਇਹਦੀ ਜਿਹੜੀ ਆ ਪਿਰਤ ਪਵੇ ਜੀ, ਲੇਕਿਨ ਜਿੱਦਾਂ ਕਹਿ ਲਓ ਵੀ ਸਰਕਾਰ ਜਿਹੜੀ ਆ, ਚਾਹੇ ਉਹ ਕੋਈ ਵੀ ਹੋਵੇ, ਉਹ ਸਰਮਾਏਦਾਰਾਂ ਦੀ ਪ੍ਰਬੰਧਕ ਕਮੇਟੀ ਹੁੰਦੀ ਹੈ। ਸਰਕਾਰਾਂ ਜਿਹੜੀਆਂ ਉਹ ਜ਼ੋਰ ਮਾਰਦੀਆਂ ਲੋਕਾਂ ਨੂੰ, ਇੱਕ ਬਹੁਜਨ ਸਮਾਜ ਦੇ ਲੋਕਾਂ ਨੂੰ ਜਿਹੜੀ ਸਾਂਝੀ ਚੋਣ ਪ੍ਰਣਾਲੀ ਉਹਦਾ ਬਹੁਤ ਨੁਕਸਾਨ ਹੋਇਆ ਜੀ, ਜਿਹਦੇ ਲਈ ਗਾਂਧੀ ਜੀ ਨੇ ਵੀ ਉਸ ਵੇਲੇ ਮਰਨ ਵਰਤ ਰੱਖ ਕੇ ਉਹਨਾਂ ਨੇ ਉਹ ਸਾਂਝੀ ਚੋਣ ਪ੍ਰਣਾਲੀ ਜਿਹੜੀ ਹੈ ਉਹ ਇੱਕ ਜਿੱਦਾਂ ਇੱਕ ਕੋਈ ਬਸਤੀ ਹੁੰਦੀ ਹੈ ਨਾ, ਸੜਾਨ ਮਾਰਦੀ ਹੋਵੇ ਜੀ,
ਉਹਦਾ ਜਿਹੜਾ ਸਾਨੂੰ ਹਜੇ ਤੱਕ ਵੀ ਜਿਹੜਾ ਅਸੀਂ ਨੁਕਸਾਨ ਜਿਹੜਾ ਆ ਉਹ ਝੇਲਦੇ ਆ ਰਹੇ ਹਾਂ ਬਹੁਜਨ ਸਮਾਜ ਦੇ ਲੋਕ। ਤਾਂ ਇਸ ਕਰਕੇ ਮਤਲਬ ਜਿਹੜਾ ਆ ਕਿ ਲੋਕ ਜਿਹੜੇ ਆ ਜਾਗਰਤ ਹੋਣੇ ਚਾਹੀਦੇ ਆ, ਤਾਂ ਕਿ ਜਿਹੜਾ ਤੁਹਾਡੇ ਪਿੰਡਾਂ ਦੇ ਵਿੱਚ ਜਿਹੜਾ ਆ ਉਹ ਵਧੀਆ ਸਾਨੂੰ ਨਿਆਂ ਜਿਹੜਾ ਆ ਅਸੀਂ ਲੈਣ 'ਚ ਕਾਮਯਾਬ ਹੋ ਸਕਦੇ ਹਾਂ। ਸਰਪੰਚ ਸਾਹਿਬ, ਜਿਸ ਤਰ੍ਹਾਂ ਤੁਸੀਂ ਜਾਗਰੂਕ ਸ਼ਬਦ ਦੀ ਵਰਤੋਂ ਕੀਤੀ ਹੈ, ਜਿਸ ਤਰ੍ਹਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਫੇਸਬੁੱਕ 'ਤੇ ਅਸੀਂ ਦੇਖਦੇ ਹਾਂ ਕਿ ਇਲੈਕਸ਼ਨਾਂ ਤੋਂ ਪਹਿਲਾਂ ਬਹੁਤ ਜਾਗਰੂਕ ਲੋਕ ਹੁੰਦੇ ਆ, ਬਹੁਤ ਵਧੀਆ ਵਧੀਆ ਪੋਸਟਾਂ ਪਾਉਂਦੇ ਆ ਉਹ ਵੀ ਇਸ ਵਾਰ ਜਿਹੜਾ ਰਾਜ ਗਰੀਬ ਲੋਕਾਂ ਦੀ ਪਾਰਟੀ ਦਾ ਆਊਗਾ, ਭਾਵੇਂ ਆਪਾਂ ਕਹਿ ਦਿੰਦੇ ਹਾਂ ਬਹੁਜਨ ਦਾ। ਜਿੱਦਾਂ ਤੁਸੀਂ ਵੀ ਗੱਲ ਕੀਤੀ ਆ ਵੀ ਜਿਹੜੀ ਇਸ ਵੇਲੇ ਜਿਹੜੀ ਚੋਣ ਪ੍ਰਣਾਲੀ ਆ ਉਹ ਬਹੁਜਨ ਦੇ ਹੱਕ ਦੀ ਨਹੀਂ ਹੈ। ਫਿਰ ਇਹ ਜਿਹੜੇ ਲੋਕ ਆ ਜਦੋਂ ਚੋਣਾਂ ਆ ਜਾਂਦੀਆਂ ਆ ਉਹ ਉਦੋਂ ਗੁਆਚ ਜਾਂਦੇ ਆ, ਉਦੋਂ ਨਹੀਂ ਇਹ ਲੱਭਦੇ। ਇਹ ਕਿੱਦਾਂ ਦੀ ਗੱਲ ਲੱਗਦੀ ਤੁਹਾਨੂੰ? ਇਹ ਹੈ ਕੋਈ ਇੱਦਾਂ ਦੀ ਗੱਲ? ਅਸਲ ਵਿੱਚ ਇਹ ਕਸੂਰ ਜਿਹੜਾ ਆ ਜੀ, ਮੈਂ ਠੋਕ ਵਜਾ ਕੇ ਕਹਿਣਾ ਚਾਹੂੰਗਾ ਕਿ ਇਹ ਲੋਕਾਂ ਦਾ ਨਹੀਂ ਹੈ। ਬਾਬਾ ਸਾਹਿਬ ਦੀ ਆਈਡੀਓਲੋਜੀ ਨੂੰ, ਸਾਹਿਬ ਕਾਂਸ਼ੀ ਰਾਮ ਜੀ ਦੀ ਆਈਡੀਓਲੋਜੀ ਨੂੰ ਲੋਕ ਅੱਜ ਵੀ ਪਸੰਦ ਕਰਦੇ ਆ। ਲੇਕਿਨ ਕਿਤੇ ਨਾ ਕਿਤੇ ਜਿੱਥੇ ਲੋਕਾਂ ਦੀ ਉਹ ਬਾਬਾ ਸਾਹਿਬ ਉਹਨਾਂ ਦੀ ਆਈਡੀਓਲੋਜੀ ਜਿਹੜੀ ਹੈ ਸਾਹਿਬ ਕਾਂਸ਼ੀ ਰਾਮ ਦੀ, ਜਿਹਨਾਂ ਲੋਕਾਂ ਨੇ ਲੋਕਾਂ ਤੱਕ ਲੈ ਕੇ ਜਾਣੀ ਸੀ, ਉਹ ਬੇਈਮਾਨ ਹੋਈ ਗਿਆ। ਉਹਨਾਂ ਦੇ ਬੇਈਮਾਨ ਹੋਣ ਦੇ ਨਾਲ ਲੋਕਾਂ ਦਾ ਮੋਹ ਭੰਗ ਹੋ ਗਿਆ। ਉਹ ਲੋਕ ਜਿਹੜੇ ਅੱਜ ਤੱਕ ਠੇਕੇਦਾਰ ਬਣੇ ਆ ਅਖੌਤੀ ਬਹੁਜਨ ਸਮਾਜ ਪਾਰਟੀਆਂ ਦੇ, ਕਿ ਉਹ ਜਿਹੜੇ ਆ ਉਹ ਫੇਲ ਹੋਏ ਆ ਬਾਬਾ ਸਾਹਿਬ ਦੀ ਆਈਡੀਓਲੋਜੀ ਨੂੰ ਦਾ ਪ੍ਰਚਾਰ ਪ੍ਰਸਾਰ ਕਰਨ ਵਿੱਚ, ਲੋਕਾਂ ਨੂੰ ਨਿਆਂ ਦਿਵਾਉਣ ਦੇ ਵਿੱਚ, ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਸੰਘਰਸ਼ ਕਰਨ ਵਿੱਚ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਹਾ ਸੀ, ਪੜ੍ਹੋ ਜੁੜੋ ਸੰਘਰਸ਼ ਕਰੋ। ਪਹਿਲਾਂ ਤਾਂ ਸਰਕਾਰਾਂ ਨੇ ਘਸਪੈਠ ਕੀਤੀ, ਜਿਵੇਂ ਮੈਂ ਦੱਸਿਆ ਕਿ ਸਰਮਾਏਦਾਰ ਜਿਹੜੇ ਆ ਲੋਕਾਂ ਦੀਆਂ ਪ੍ਰਬੰਧਕੀ ਕਮੇਟੀਆਂ ਹੁੰਦੀਆਂ, ਚਾਹੇ ਉਹ ਪਾਰਟੀ ਕੋਈ ਵੀ ਹੋਵੇ, ਉਹਨਾਂ ਨੇ ਪਹਿਲਾਂ ਸਿੱਖਿਆ 'ਤੇ ਅਟੈਕ ਕੀਤਾ, ਫਿਰ ਉਹਨਾਂ ਨੇ ਮਤਲਬ ਤੁਹਾਡੀ ਸਿਹਤ ਸਹੂਲਤਾਂ 'ਤੇ ਅਟੈਕ ਕੀਤਾ। ਜਿਵੇਂ ਪਹਿਲਾਂ ਸਰਕਾਰੀ ਸਕੂਲ ਸੀਗੇ, ਉਹਨਾਂ ਨੂੰ ਪ੍ਰਾਈਵੇਟ ਸਕੂਲ ਮਾਫੀਆ 'ਚ ਤਬਦੀਲ ਕੀਤਾ ਮਨੂਵਾਦੀਆਂ ਨੇ। ਉਹ ਸਾਡੇ ਲੋਕਾਂ ਦੇ ਨਾਲ ਮਿਲੀ ਭੁਗਤ ਕਰਕੇ ਹੀ ਕੀਤਾ। ਜਿਹੜੇ ਸਮਾਜ ਦੇ ਠੇਕੇਦਾਰ ਸੀ ਉਹ ਚੁੱਪ ਰਹੇ, ਉੱਥੇ ਉਹਨਾਂ ਨੇ ਸੰਘਰਸ਼ ਨਹੀਂ ਵਿੱਢਿਆ। ਜਿਵੇਂ ਅਸੀਂ ਸਕੂਲਾਂ ਦੇ ਨਾਮ ਦੇ ਉੱਤੇ ਵੀ ਕਈ ਵਾਰੀ ਸੰਘਰਸ਼ ਜਿਹੜਾ ਆ ਉਹ ਕਰਦੇ, ਤੁਸੀਂ ਦੇਖਿਆ ਹੋਊਗਾ। ਅਸੀਂ ਉਹ ਸੰਘਰਸ਼ ਕਰਕੇ ਬਹੁਜਨ ਸਮਾਜ ਦੇ ਬੱਚੇ ਜਿਹੜੇ ਆ ਪੜ੍ਹਨ ਵਾਸਤੇ ਸਕੂਲਾਂ ਦੇ ਉੱਤੇ ਲਗਾਮ ਕੱਸੀ ਆ। ਤਾਂ ਇਹ ਰਾਜਸੀ ਪਾਰਟੀਆਂ ਨੇ ਕਿਉਂ ਨਹੀਂ ਅੱਜ ਤੱਕ ਕੱਸੀ? ਤਾਂ ਜਿਵੇਂ ਸਿਹਤ ਸਹੂਲਤਾਂ ਅੱਜ ਤੁਸੀਂ ਜਾ ਕੇ ਦੇਖੋ, ਹੌਸਪੀਟਲਾਂ ਦਾ ਇੰਨਾ ਬੁਰਾ ਹਾਲ ਆ। ਜਿਹੜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਹਾ ਸੀ ਕਿ ਸਿਹਤ ਸਹੂਲਤਾਂ ਔਰ ਐਜੂਕੇਸ਼ਨ ਜਿਹੜੀ ਆ ਉਹ ਸਰਕਾਰਾਂ ਦਾ ਨੈਤਿਕ ਫਰਜ਼ ਹੋਏਗਾ। ਅੱਜ ਤੁਹਾਡੀਆਂ ਅੱਖਾਂ ਦੇ ਸਾਹਮਣੇ, ਸਾਰੇ ਬਹੁਜਨ ਸਮਾਜ ਦੇ ਠੇਕੇਦਾਰਾਂ ਦੀਆਂ ਅੱਖਾਂ ਦੇ ਸਾਹਮਣੇ ਅੱਜ ਪ੍ਰਾਈਵੇਟ ਸਕੂਲ ਮਾਫੀਆ, ਪ੍ਰਾਈਵੇਟ ਹੌਸਪੀਟਲ ਮਾਫੀਆ, ਸ਼ਰੇਆਮ ਸਰਗਰਮੀਆਂ ਲੋਕ ਤਰ੍ਹਾਂ ਕਰਦੇ ਫਿਰਦੇ ਆ। ਲੱਖਾਂ ਜਿਹੜੇ ਰੁਪਈਏ ਆ ਉਹਨਾਂ ਤੋਂ ਲੁੱਟ ਖਸੁੱਟ ਗਰੀਬ ਲੋਕਾਂ ਦੀ ਹੋ ਰਹੀ ਆ। ਡਾਕਟਰ ਜਿਹੜੇ ਆ ਉਹ ਸ਼ਰੇਆਮ ਲੋਕਾਂ ਨੂੰ, ਕਿਸੇ ਨੂੰ ਇੱਥੇ ਮੇਰੇ ਕੋਲ ਇੱਦਾਂ ਦੇ ਕੇਸ ਵੀ ਆਏ ਆ ਸਾਡੇ ਪਿੰਡ ਮਠੱਡਾ ਕਲਾਂ 'ਚ। ਸਾਡੇ ਇੱਥੇ ਭਾਬੀ ਜੀ ਲੱਗਦੇ, ਉਹਨਾਂ ਨੂੰ ਪ੍ਰੋਬਲਮ ਕੋਈ ਹੋਰ ਸੀ, ਉਹਨਾਂ ਦੀ ਨਾੜੀ ਕੋਈ ਹੋਰ ਹੀ ਕੱਟਤੀ ਡਾਕਟਰ ਨੇ। ਫਿਰ ਅਸੀਂ ਉਹ ਜਿਹੜਾ ਜਾ ਕੇ ਉਹਦੇ ਉੱਤੇ ਜਦੋਂ ਅਸੀਂ ਉਹਨੂੰ ਦੱਸਿਆ ਵੀ ਅਸੀਂ ਤੇਰਾ ਕੰਮ ਖਰਾਬ ਕਰਾਂਗੇ, ਤਾਂ ਉਹ 1.5-2 ਲੱਖ ਰੁਪਈਆ ਜਿਹੜਾ ਉਹ ਉਹਨਾਂ ਦੇ ਘਰ ਵਾਪਸ ਕਰਕੇ ਗਏ। ਉਸ ਤੋਂ ਬਾਅਦ ਇੱਥੇ ਸਾਡੇ ਇੱਕ ਮਾਤਾ ਜੀ ਸੀਗੇ, ਥੋੜ੍ਹੇ ਦਿਨ ਪਹਿਲਾਂ ਐਕਸਪਾਇਰ ਹੋਏ ਆ। ਉਹਨਾਂ ਨੂੰ ਪ੍ਰੋਬਲਮ ਕੋਈ ਹੋਰ ਸੀ, ਉਹਨਾਂ ਦੀ TB ਦੀ ਦਵਾਈ ਚਲਾਤੀ। ਮਤਲਬ ਕਿ ਉਹ ਵਿਗਾੜਦੇ ਆ। ਪਹਿਲਾਂ ਜੇ ਕੋਈ ਛੋਟੀ ਬਿਮਾਰੀ ਵਾਲਾ ਵੀ ਡਾਕਟਰ ਦੇ ਚਲੇ ਜਾਂਦਾ, ਵੱਡੇ ਹੌਸਪੀਟਲਾਂ ਚਲੇ ਜਾਂਦਾ, ਉਹ ਪਹਿਲਾਂ ਵਿਗਾੜਦੇ ਆ, ਫਿਰ ਮਨ ਭਾਉਂਦਾ ਪੈਸਾ ਲੈ ਕੇ ਉਹ ਡਾਕਟਰ ਜਿਹੜੇ ਆ ਉਹ ਪ੍ਰਾਈਵੇਟ ਹੌਸਪੀਟਲਾਂ 'ਚ, ਸਾਡੇ ਕੋਲ ਐਵੀਡੈਂਸ ਹੈ ਇਹਨਾਂ ਚੀਜ਼ਾਂ ਦੇ, ਉਹ ਜਿਹੜੇ ਆ ਫਿਰ ਉਹਨੂੰ ਠੀਕ ਕਰਦੇ ਆ। ਸ਼ਰੇਆਮ ਲੱਖਾਂ ਕਰੋੜਾਂ ਰੁਪਈਆਂ ਦੀ ਅਸੀਂ ਪੜ੍ਹਾਈ ਖਰੀਦ ਰਹੇ ਹਾਂ, ਜਿਹੜੀ ਕਿ ਅਸੀਂ ਫਰੀ, ਸਾਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸੰਵਿਧਾਨ 'ਚ ਪ੍ਰੋਵੀਜ਼ਨ ਸੀ, ਔਰ ਲੱਖਾਂ ਕਰੋੜਾਂ ਰੁਪਈਏ ਖਰਚ ਕੇ ਅਸੀਂ ਆਪਣੇ ਇਲਾਜ ਕਰਾ ਰਹੇ ਹਾਂ। ਤਾਂ ਫਿਰ ਕਿੱਥੇ ਰਾਜਸੀ ਪਾਰਟੀਆਂ ਜਿਨ੍ਹਾਂ ਨੇ ਮਨੂਵਾਦ ਦੇ ਖਿਲਾਫ ਲੜਨਾ ਸੀ? ਉਹਨਾਂ ਨੇ ਫਾਈਟ ਹੀ ਨਹੀਂ ਕੀਤਾ, ਉਹਨੀ ਲੜਾਈ ਹੀ ਨਹੀਂ ਲੜੀ, ਉਹਨੀ ਸੰਘਰਸ਼ ਹੀ ਨਹੀਂ ਕੀਤਾ। ਨਾ ਤਾਂ ਪੜ੍ਹੇ, ਐਜੂਕੇਸ਼ਨ 'ਤੇ ਵੀ ਉਹਨਾਂ ਦਾ ਹਮਲਾ ਹੋ ਗਿਆ, ਸਿਹਤ ਸਹੂਲਤਾਂ 'ਤੇ ਵੀ ਹੋ ਗਿਆ, ਜੋੜਨ 'ਚ ਵੀ ਹਮਲਾ ਹੋ ਗਿਆ। ਜੋੜਨ ਦੇ ਨਾਂ 'ਤੇ ਮਨੂਵਾਦੀ ਲੋਕਾਂ ਨੇ ਡੇਰਿਆਂ ਦੇ ਰਾਹੀਂ ਘਸਪੈਠ ਕੀਤੀ ਆ। ਉਹ ਘਸਪੈਠ ਕਰਕੇ ਤਾਂ ਕਿ ਬਹੁਜਨ ਸਮਾਜ ਦਾ ਜਿਹੜਾ ਖੂਨ ਆ ਉਹ ਉਬਾਲਾ ਹੀ ਨਾ ਮਨੂਵਾਦ ਖਿਲਾਫ ਮਾਰ ਸਕੇ, ਉੱਥੋਂ ਇਹੋ ਦਾ ਪ੍ਰਚਾਰ ਪ੍ਰਸਾਰ ਕੀਤਾ ਨਾ। ਜੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਡੇਰਿਆਂ 'ਚੋਂ ਪ੍ਰਸਾਰ ਹੋਇਆ ਹੁੰਦਾ ਤਾਂ ਗੱਲ ਹੋਰ ਸੀ। ਉਹ ਵੀ ਨਹੀਂ ਹੋ ਪਾ ਰਿਹਾ। ਉਹਦੇ ਲਈ ਵੀ ਸਾਡਾ ਨੌਜਵਾਨ ਕੋਈ ਜਾਗਰਤ ਨਹੀਂ, ਔਰ ਰਾਜਨੀਤਿਕ ਸ਼ਕਤੀ ਨੂੰ ਉਭਾਰਨ ਵਾਸਤੇ ਵੀ ਜਾਗਰਤ ਨਹੀਂ। ਤਾਂ ਫਿਰ ਕਿਸ ਕੰਮ ਦੇ ਡੇਰੇ?
ਹੁਣ ਸਰਪੰਚ ਸਾਹਿਬ ਤੁਸੀਂ ਬੜੇ ਸਵਾਲ ਖੜੇ ਕਰ ਦਿੱਤੇ ਆ। ਇਹ ਕਹਿਣੀਆਂ ਗੱਲਾਂ ਬਹੁਤ ਸੌਖੀਆਂ ਵੀ ਮਨੂਵਾਦ ਦੇ ਖਿਲਾਫ ਲੜਾਈ ਜਿਹੜੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ, ਤਾਂਹੀਓ ਸਾਰੇ ਪਾਸੇ ਸਰਮਾਏਦਾਰੀ ਭਾਰੂਗਾ। ਇਹ ਤੁਸੀਂ ਕੋਈ ਮਿਸਾਲ ਦੇ ਸਕਦੇ ਆ ਵੀ ਜਿੱਥੇ ਤੁਸੀਂ ਕੋਈ ਇੱਦਾਂ ਦਾ ਐਜੀਟੇਸ਼ਨ ਲੜਿਆ ਹੋਵੇ ਤਾਂ ਮਨੂਵਾਦ ਨੂੰ ਕਹਿ ਲਓ ਜਾਂ ਸਰਮਾਏਦਾਰਾਂ ਨੂੰ ਤੁਸੀਂ ਮੂੰਹ ਦੀ ਜਿਹੜੀ ਹਾਰ ਦਿੱਤੀ ਹੋਵੇ? ਕੋਈ ਹੈ ਮਿਸਾਲ ਤੁਹਾਡੇ ਕੋਲ? ਦੇਖੋ, ਸਾਡਾ ਹਰ ਐਜੀਟੇਸ਼ਨ ਜਿਹੜਾ ਆ ਉਹਨੇ ਸਰਮਾਏਦਾਰਾਂ ਦੀਆਂ ਔਰ ਪ੍ਰਬੰਧਕੀ ਕਮੇਟੀਆਂ ਜਿਹੜੀਆਂ ਸਰਕਾਰਾਂ ਹੁੰਦੀਆਂ ਉਹਨਾਂ ਦੀ ਗੋਡਣੀਆਂ ਲਵਾਈਆਂ। ਜੇ ਆਪਾਂ ਨਾਂ ਲੈ ਲਈਏ, ਜਿੱਥੋਂ ਸਾਡੀ ਸ਼ੁਰੂਆਤ ਹੋਈ ਸੀ ਸਾਡੀ ਐਜੀਟੇਸ਼ਨ ਕਮੇਟੀ ਦੀ, ਗ੍ਰਾਮ ਪੰਚਾਇਤ ਮਠੱਡਾ ਕਲਾਂ ਦੀ ਮਾਲਕੀ ਵਾਲੀ ਵਾਹੀਯੋਗ ਜ਼ਮੀਨ ਇੱਥੇ 4 ਏਕੜ ਦੇ ਕਰੀਬ ਸੀ। ਅਸੀਂ ਉਹ ਲੈਂਡ ਮਾਫੀਆ ਤੋਂ ਛੁਡਾਈ ਆ। ਲਗਾਤਾਰ 2 ਸਾਲ ਪੰਚਾਇਤੀ ਜ਼ਮੀਨ ਸੀ ਉਹ। ਅੱਜ ਜਿਹੜਾ ਆ 5 ਸਾਲ ਹੋ ਗਏ ਆ ਉਹਨੂੰ ਅਸੀਂ ਲਗਾਤਾਰ ਹੁਣ ਸਾਡੇ ਪੋਜੀਸ਼ਨ 'ਚ ਉਹ ਖੋਈ ਅਸੀਂ ਲੈਂਡ ਮਾਫੀਆ ਤੋਂ, ਔਰ ਖੋ ਕੇ ਪਿੰਡ ਦੇ ਵਿੱਚ ਹੁਣ ਉਸ ਪੈਸੇ ਦਾ ਜਿਹੜਾ ਆ ਉਹ ਡਿਵੈਲਪਮੈਂਟ ਉਹਦੇ ਨਾਲ ਹੋ ਰਹੀ ਆ। 4 ਏਕੜ ਸੀ ਉਹ। ਇੱਦਾਂ ਦੀਆਂ ਜ਼ਮੀਨ ਉਹਨਾਂ ਕੋਲ ਹੋਰ ਲੈਂਡ ਮਾਫੀਆ ਕੋਲ ਬਥੇਰੀ ਆ। ਜੇ ਸ਼ਾਸਨ ਪ੍ਰਸ਼ਾਸਨ ਜਿਹੜਾ ਆ ਜੇ ਉਹਨਾਂ ਦੇ ਨਾਲ ਨਾ ਖੜਾ ਹੋਵੇ ਤਾਂ ਉਹਨਾਂ ਦਾ ਕੀ ਹੌਸਲਾ ਆ ਬਈ ਉਹ ਇੱਦਾਂ ਇਲਾਕੇ ਦੀ ਜ਼ਮੀਨ ਜਿਹੜੀ ਆ ਉਹਦੇ ਉੱਤੇ ਕਾਬਜ਼ ਬੈਠੇ ਰਹਿਣ। ਹੋਰ ਵੀ ਕੋਈ ਮਾਮਲਾ ਜਿਹੜਾ ਬਈ ਤੁਸੀਂ ਇੱਦਾਂ ਦੀ ਕੋਈ ਜਿੱਤ ਪ੍ਰਾਪਤ ਕੀਤੀ ਹੈ ਜਿੱਥੇ ਕੋਈ ਵਿੱਦਿਆ ਦੇ ਖੇਤਰ 'ਚ ਜਾਂ ਕੋਈ ਸਿਹਤ ਸਹੂਲਤਾਂ ਦੇ ਖੇਤਰ 'ਚ? ਹਾਂਜੀ, ਬਹੁਤ ਸਾਰੀਆਂ ਐਜੀਟੇਸ਼ਨ ਸਾਡੇ ਇੱਥੇ ਪਿੱਛੇ ਜਿਹੇ ਫਲੋਰ ਦੇ ਵਿੱਚ ਵੀ ਐਜੀਟੇਸ਼ਨ ਇੱਕ ਕੀਤਾ ਗਿਆ ਸੀਗਾ। ਅਸੀਂ ਉਹਦੇ ਵਿੱਚ ਵੱਡੇ ਪੱਧਰ 'ਤੇ ਜਿੱਤ ਪ੍ਰਾਪਤ ਕੀਤੀ ਹੈ। ਐਡਮਿਨਿਸਟ੍ਰੇਸ਼ਨ ਨਾਲ ਜੋੜ ਕੇ ਬੱਚਿਆਂ ਨੂੰ ਜਿਹੜਾ ਆ ਉੱਥੇ ਰਾਹਤ ਦਵਾਈ ਆ, ਜਿੱਥੇ ਉਹ ਲੋਕਡਾਊਨ ਦੇ ਅੰਦਰ ਹੀ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਉਲਟ ਜਾ ਕੇ ਵੀ ਕੰਮ ਕਰ ਰਿਹਾ ਸੀ। ਉੱਥੇ ਅਸੀਂ ਉਹ 2 ਦਿਨ ਲਗਾਤਾਰ ਜਿਹੜਾ ਉੱਥੇ ਧਰਨਾ ਪ੍ਰਦਰਸ਼ਨ ਚੱਲਦਾ ਰਿਹਾ। ਅਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਸਕੂਲ ਪ੍ਰਬੰਧਕ ਕਮੇਟੀ ਔਰ SDM ਫਲੋਰ ਸਾਹਿਬ ਨੇ ਵਿੱਚ ਤਹਿਸੀਲਦਾਰ ਸਾਹਿਬ ਨੇ ਬਹਿ ਕੇ ਉਹ ਵਿੱਚ ਜਿਹੜਾ ਆ ਉਹ ਉਹਨਾਂ ਨੂੰ ਦੱਸਿਆ ਵੀ ਤੁਸੀਂ ਆਹ ਰੋਂਗ ਕਰ ਰਹੇ ਹੋ। ਇੱਦਾਂ ਦੇ ਹੋਰ ਬਹੁਤ ਸਾਰੇ ਕੰਮ ਹੈਗੇ ਆ ਜਿਹੜੇ ਸਾਡੇ ਐਜੀਟੇਸ਼ਨਾਂ ਦੇ ਰਾਹੀਂ ਹੱਲ ਹੋਏ ਆ। ਅਸੀਂ ਉਹ ਹੱਲ ਕੀਤੇ ਆ, ਲੇਕਿਨ ਜਿਹੜੀਆਂ ਰਾਜਸੀ ਪਾਰਟੀਆਂ ਉਹ ਕਿਤੇ ਨਜ਼ਰ ਨਹੀਂ ਆਉਂਦੀਆਂ। ਸਰਪੰਚ ਸਾਹਿਬ, ਜਿਸ ਤਰ੍ਹਾਂ ਤੁਸੀਂ ਐਜ ਏ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਜਿਹੜੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਇੱਦਾਂ ਦੇ ਸੰਘਰਸ਼ ਕਰਦੇ ਆ, ਤੁਹਾਡੇ ਨੇੜੇ ਤੇੜੇ ਪਿੰਡਾਂ 'ਚ ਕੋਈ ਹੋਰ ਕਿੰਨੇ ਕੁ ਸਰਪੰਚ ਆ ਜਿਹੜੇ ਉਹ ਤੁਹਾਡੇ ਵਾਂਗੂ ਆਡਾ ਲੈਂਦੇ ਆ? ਸਰਪੰਚ ਸਾਹਿਬ ਮਤਲਬ ਠੀਕ ਹੈ, ਸਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਉਦੋਂ ਉਹ ਕਹਿ ਦਿੰਦੇ ਹਾਂਜੀ ਜੀ ਬਹੁਤ ਸੋਹਣਾ ਤੁਸੀਂ ਕੰਮ ਕਰਦੇ ਆ, ਲੇਕਿਨ ਦਿਲ ਗੁਰਦਾ ਉਹਨਾਂ ਜਿਹੜਾ ਆ ਉਹ ਦਿਖਾਉਂਦੇ ਨਹੀਂ। ਇਹ ਜਜ਼ਬਾ ਜਿਹੜਾ ਉਹ ਦਿਖਾਉਂਦੇ ਨਹੀਂ। ਸਾਨੂੰ ਇਹ ਲੱਗਦਾ ਕਿ ਇਹਨਾਂ ਨੇ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਿਹੜੇ ਕੁਛ ਵਾਰ ਕੇ ਜਾਂ ਸਾਹਿਬ ਕਾਂਸ਼ੀ ਰਾਮ ਜੀ ਨੇ ਜੋ ਕੁਛ ਵਾਰ ਕੇ ਸਮਾਜ ਨੂੰ ਜਿਹੜਾ ਆ ਉਹ ਇੱਥੇ ਤੱਕ ਲੈ ਕੇ ਆਂਦਾ ਸੀ, ਹੋ ਸਕਦਾ ਮੈਂ ਕਿਤੇ ਨਾ ਕਿਤੇ ਇਹ ਜ਼ਰੂਰ ਕਹੂੰਗਾ ਵੀ ਉਹਨਾਂ ਨੇ ਉਹ ਸਟੱਡੀ ਹੀ ਨਹੀਂ ਕੀਤੀ। ਉਹਨਾਂ ਦੇ ਅੰਦਰ ਉਹ ਫੀਲ ਹੀ ਨਹੀਂ ਆਉਂਦੀ ਹੈ, ਉਹਨਾਂ ਦੇ ਅੰਦਰ ਉਹ ਦਰਦ ਨਹੀਂ ਆਉਂਦਾ, ਉਹਨਾਂ ਦੇ ਅੰਦਰ ਸਮਾਜ ਦੇ ਵਾਸਤੇ ਦਰਦ ਨਹੀਂ ਹੈ। ਲੋਕ ਆਪੋ ਆਪਣਾ ਕਾਰਜ ਸਵਾਰਨ ਵਾਸਤੇ ਆਪਣੇ ਲਈ ਬਹੁਤ ਕੁਛ ਜਿਹੜਾ ਮੈਨੇਜਮੈਂਟ ਰਾਈਟ ਲੈਫਟ ਕਰਕੇ ਜਿਹੜਾ ਆ ਕਰਨ 'ਚ ਕਾਮਯਾਬ ਹੋ ਜਾਂਦੇ ਆ, ਲੇਕਿਨ ਲੋਕਾਂ ਦੇ ਲਈ ਉਹੋ ਜਿਹਾ ਜਿਹੜਾ ਦਮ ਜਿਹੜਾ ਆ ਉਹ ਦਿਖਾਉਂਦੇ ਨਹੀਂ, ਨਜ਼ਰ ਕਿਤੇ ਆਉਂਦੇ। ਮੈਂ ਤਾਂ ਵੈਸੇ ਆਸ ਕਰਦਾ, ਅਸੀਂ ਪਿੱਛੇ ਜਿਹੇ ਹੁਣ ਇੱਥੇ ਮਜ਼ਦੂਰਾਂ ਦੀ ਰੈਲੀ ਇੱਕ ਕਰਾਈ ਸੀ ਮਜ਼ਦੂਰਾਂ ਦੇ ਹੱਕ ਦੇ ਵਿੱਚ, ਕੇਂਦਰ ਸਰਕਾਰ ਨਾਲ ਅਸੀਂ ਡਾਂਕਾ ਵਜਾਇਆ। ਇੱਥੋਂ ਬੈਠਿਆਂ ਨੇ ਇੱਥੇ 15 ਤੋਂ 18,000 ਲੋਕ ਜਿਹੜੇ ਆ ਰੈਲੀ ਵਿੱਚ ਆਏ ਸੀ। ਬਹੁਤ ਮੀਡੀਆ ਨੇ ਕਵਰ ਕੀਤਾ ਔਰ ਸਾਥ ਵੀ ਦਿੱਤਾ। ਸਾਡਾ ਉਹਦੇ 'ਚ ਇਹ ਮਕਸਦ ਸੀ ਕਿ ਆਪਾਂ ਸਾਰੇ ਜਣੇ ਬਹੁਜਨ ਸਮਾਜ ਦਾ ਜਿਹੜਾ ਲਕਸ਼ ਹੈ, ਸਾਡੇ ਰਹਿਬਰਾਂ ਦਾ ਜਿਹੜਾ ਲਕਸ਼ ਹੈ ਉਹਨੂੰ ਪੂਰਾ ਕਰੀਏ। ਮਜ਼ਦੂਰਾਂ ਨੂੰ ਕਿਸਾਨ ਦੇ ਨਾਲ ਖੜੇ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਦੁਆਬੇ 'ਚ ਪਹਿਲੀ ਵਾਰੀ ਹੋਇਆ ਸੀ ਇੱਥੇ ਜਿਹੜੀ ਰੈਲੀ ਹੋਈ ਸੀ ਉਹ। ਜੇ ਜਿਹੜੀਆਂ ਰਾਜਸੀ ਪਾਰਟੀਆਂ ਜੇ ਉਹ ਬਹੁਜਨ ਸਮਾਜ ਦੀਆਂ ਹਤੈਸ਼ੀ ਆ ਤਾਂ ਉਹਨਾਂ ਨੂੰ ਵੀ ਮੇਰਾ ਖਿਆਲ 1-2 ਕਰ ਦੇਣੀਆਂ ਚਾਹੀਦੀਆਂ ਸੀ ਇਲਾਕੇ 'ਚ, ਵਜਾਉਣ ਖਾਂ ਚੋਟ ਡਾਂਕੇ ਦੀ ਚੋਟ 'ਤੇ ਰੌਲਾ ਪਾਉਣ ਹੈ ਨਾ ਵੀ ਅਸੀਂ ਕੇਂਦਰ ਸਰਕਾਰ ਦੇ ਖਿਲਾਫ ਆ। ਸਹੀ ਗੱਲ ਆ ਸਰਪੰਚ ਸਾਹਿਬ। ਇੱਕ ਹੋਰ ਸਾਡਾ ਸਵਾਲ ਆ ਕਿ ਜਿਸ ਤਰ੍ਹਾਂ ਕਿਸਾਨ ਅੰਦੋਲਨ ਦੇ ਵਿੱਚ ਉੱਥੇ ਬੜਾ ਭਾਈਚਾਰਕ ਸਾਂਝ ਆ, ਉੱਥੇ ਕੋਈ ਜਾਤੀਵਾਦ ਵਾਲੀ ਗੱਲ ਦੀ ਹੈ, ਇਹ ਪਿੰਡਾਂ ਵਿੱਚ ਵੀ ਤੁਹਾਨੂੰ ਲੱਗਦਾ ਵੀ ਇੱਦਾਂ ਹੀ ਹੋਣੀ ਚਾਹੀਦੀ ਗਾ? ਦੇਖੋ, ਬਹੁਤ ਅੱਛਾ ਸਵਾਲ ਹੈ ਤੁਹਾਡਾ। ਹਜੇ ਉੱਥੇ ਬਾਰਡਰਾਂ ਦੇ ਉੱਤੇ ਤਾਂ ਠੀਕ ਠਾਕ ਚੱਲ ਰਿਹਾ। ਸਾਡਾ ਵੀ ਮਕਸਦ ਰੈਲੀ ਕਰਾਉਣ ਦਾ ਇੱਥੇ ਇਹੀ ਸੀ ਕਿ ਜਿਹੜਾ ਪਿੰਡਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਨੇ ਧੜੇਬਾਜ਼ੀਆਂ ਜਿਹੜੀਆਂ ਉਹ ਬਣਾਈਆਂ ਆ, ਲੋਕਾਂ ਨੂੰ ਅਕਾਲੀਆਂ ਨੂੰ ਕਾਂਗਰਸੀਆਂ ਦੇ ਨਾਲ, ਕਾਂਗਰਸੀਆਂ ਨੂੰ BSP ਵਾਲਿਆਂ ਦੇ ਨਾਲ, BSP ਵਾਲਿਆਂ ਨੂੰ ਆਮ ਆਦਮੀ ਵਾਲਿਆਂ ਦੇ ਨਾਲ,
ਜਿਹੜਾ ਵੱਖ-ਵੱਖ ਰਾਜਸੀ ਪਾਰਟੀਆਂ ਵੱਲੋਂ ਆਪਣੇ ਮੁਨਾਫੇ ਵਾਸਤੇ ਲੋਕਾਂ ਦੇ ਵਿੱਚ ਧੜੇਬਾਜ਼ੀ, ਦੇਖੋ ਅੱਜ ਕਦੀ ਉਹ ਜ਼ਮਾਨਾ ਸੀ ਜਦੋਂ ਜਿਹੜਾ ਉਹ ਸਾਰੀਆਂ ਕਮਿਊਨਿਟੀਆਂ ਜਿਹੜੀਆਂ ਰਲ ਮਿਲ ਕੇ ਆਪਣੇ ਕਾਰਜ ਸਵਾਰਦੀਆਂ ਸੀ, ਕੋਈ ਧੜੇਬਾਜ਼ੀ ਨਹੀਂ ਸੀ ਹੁੰਦੀ। ਅੱਜ ਇਹਨਾਂ ਰਾਜਨੀਤਿਕ ਪਾਰਟੀਆਂ ਨੇ ਪਿੰਡਾਂ ਦੇ ਵਿੱਚ ਧੜੇ ਬਣਾ ਕੇ ਆਪਣਾ ਸੂਤ ਲਾਉਣਾ ਚਾਹਿਆ। ਅਸੀਂ ਇਸ ਰੈਲੀ ਦੇ ਰਾਹੀਂ ਇਹ ਸਾਬਤ ਕਰਨਾ ਚਾਹੁੰਦੇ ਸੀ ਜਾਂ ਲੋਕਾਂ ਨੂੰ ਇਕੱਠੇ ਹੋਣ ਦਾ ਹੋਕਾ ਦੇਣਾ ਚਾਹੁੰਦੇ ਸੀ ਕਿ ਆਪਾਂ ਰਲ ਮਿਲ ਕੇ ਅੱਜ ਕਿਸਾਨ ਦੀ ਜਿਹੜਾ ਮੋਢੇ ਦੇ ਨਾਲ ਮੋਢਾ ਲਾ ਕੇ ਆਪਾਂ ਨਾਲ ਖੜੀਏ, ਤਾਂ ਕਿ ਕੱਲ੍ਹ ਨੂੰ ਮਜ਼ਦੂਰਾਂ ਦੇ ਜਿਹੜੇ ਕਾਨੂੰਨ ਖਿਲਾਫ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਆ, ਜਦੋਂ ਆਪਾਂ ਕੱਲ੍ਹ ਨੂੰ ਉਹ ਫਾਈਟ ਕਰਨੀ ਆ ਤਾਂ ਉਦੋਂ ਕਿਸਾਨ ਵੀ ਆਪਣੇ ਨਾਲ ਵੱਡੇ ਪੱਧਰ 'ਤੇ। ਲੇਕਿਨ ਰਾਜਸੀ ਪਾਰਟੀਆਂ ਵੱਲੋਂ ਸਾਡੀ ਵੀ ਰੈਲੀ ਨੂੰ ਮਤਲਬ ਉੱਥੇ ਲੋਕਾਂ ਦੇ ਉਲਟ ਪ੍ਰਚਾਰ ਕੀਤਾ ਗਿਆ ਵੀ ਇਹਨੇ MLA ਬਣਨਾ, ਇਹਨੇ MP ਬਣਨਾ, ਇਹ ਤਾਂ ਇੱਥੇ ਰੈਲੀ ਕਰਾ ਰਿਹਾ। ਮੈਂ ਹੁਣ ਉਹ ਪੁੱਛਣਾ ਚਾਹੁੰਦਾ ਲੋਕਾਂ ਨੂੰ ਕਿ ਜਿਹੜਾ ਪਿੰਡ ਦਾ ਸਰਪੰਚ ਲੈਂਡ ਮਾਫੀਆ ਨਾਲ ਫਾਈਟ ਕਰੇ, ਸ਼ਰਾਬ ਮਾਫੀਆ ਨਾਲ ਫਾਈਟ ਕਰੇ, ਅਸੀਂ ਇੱਥੇ ਸ਼ਰਾਬ ਦਾ ਇੱਕ ਠੇਕਾ ਵੀ ਚੁਕਾਇਆ ਸੀ ਜਿਹੜਾ ਕਦੀ ਹੋਰ ਕਿਤੇ ਛੇਤੀ ਨਹੀਂ ਚੁੱਕਿਆ ਗਿਆ। ਬਾਦਲ ਸਾਹਿਬ ਨੂੰ ਤਲਵਣ ਅਸੀਂ ਰਾਊਂਡ ਅਪ ਕਰ ਲਿਆ ਸੀ ਸਾਡੀ ਜਥੇਬੰਦੀ ਨੇ। ਤਾਂ ਜਿਹੜਾ ਸਰਪੰਚ ਪਿੰਡ ਦੇ ਵਿੱਚ MP ਦੇ ਬੇਟੇ ਨੂੰ ਐਂਟਰੀ ਨਾ ਦੇਵੇ, MLA ਨੂੰ ਐਂਟਰੀ ਨਾ ਦੇਵੇ, ਉਹ ਕੱਲ੍ਹ ਨੂੰ MLA ਥੋੜ੍ਹੀ ਬਣਨਾ ਚਾਹੇਗਾ। ਅਸੀਂ ਤਾਂ ਕੰਨ ਫੜਦੇ ਹਾਂ MLA ਔਰ MP ਦਾ। ਸੋ ਇਸ ਕਰਕੇ ਮਤਲਬ ਕਿ ਰਾਜਸੀ ਪਾਰਟੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦਾ ਪ੍ਰਚਾਰ ਕਰਕੇ ਇਸ ਰੈਲੀ ਨੂੰ ਫਲੋਪ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸਰਪੰਚ ਸਾਹਿਬ, ਤੁਹਾਨੂੰ ਲੱਗਦਾ ਕਿ ਕਿਸਾਨ ਅੰਦੋਲਨ ਦੀ ਜਿਹੜਾ ਪ੍ਰਭਾਵ ਆ ਉਹ ਪਿੰਡਾਂ 'ਚ ਜਾਣ ਤੋਂ ਬਾਅਦ ਲੋਕ ਜਿਹੜੇ ਆ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੂੰ ਸਵਾਲ ਕਰਨਗੇ ਜਾਂ ਉਹਨਾਂ ਦੇ ਦੁਆਰਾ ਮੁੜ ਝੁੰਗਲ 'ਚ ਨਹੀਂ ਫਸਣਗੇ? ਇੱਦਾਂ ਮੰਨ ਲਈਏ ਵੀ ਕੋਈ ਪੰਜਾਬ 'ਤੇ ਅਸਰ ਹੋਣ ਵਾਲੀ ਗੱਲ ਲੱਗਦੀ ਆ ਕਿ ਜਾਂ ਜਿੱਦਾਂ ਹੁਣ ਜਿਹੜੇ ਲੰਘੇ ਦਿਨਾਂ 'ਚ ਵੱਡੀਆਂ ਰੈਲੀਆਂ ਹੋਈਆਂ ਉੱਥੇ ਬੜੀਆਂ ਭੀੜਾਂ ਆ, ਉਹਨੂੰ ਲੱਗਦਾ ਦੇਖ ਕੇ ਵੀ ਲੋਕਾਂ 'ਤੇ ਕੋਈ ਅਸਰ ਹੈ ਹੀ ਨਹੀਂ ਕਿਸਾਨ ਅੰਦੋਲਨ ਦਾ? ਕੀ ਕਹਿਣਾ ਚਾਹੁੰਦੇ ਆ? ਬਹੁਤ ਅੱਛਾ ਸਵਾਲ ਹੈ ਤੁਹਾਡਾ। ਕਿਸਾਨ ਅੰਦੋਲਨ ਦਾ ਅਸਰ ਜ਼ਰੂਰ ਹੋਣਾ ਚਾਹੀਦਾ ਲੋਕਾਂ 'ਚ, ਪੜ੍ਹੇ ਲਿਖੇ ਲੋਕਾਂ 'ਚ ਵੀ ਹੋਣਾ ਚਾਹੀਦਾ। ਇਹ ਇੱਦਾਂ ਆ, ਮੈਂ ਇੱਕ ਬਹੁਤ ਤੁਹਾਨੂੰ ਗੰਭੀਰਤਾ ਵਾਲੀ ਗੱਲ ਜਿਹੜੀ ਆ ਉਹ ਇੱਥੇ ਦੱਸਣ ਜਾ ਰਿਹਾ। ਇਹ ਓਨਾ ਚਿਰ ਸੰਭਵ ਨਹੀਂ ਹੋਣਾ ਜਿੰਨਾ ਚਿਰ ਸਰਮਾਏਦਾਰ ਲੋਕ ਜਿਹੜੇ ਆ ਉਹ ਰਾਜਸੀ ਪਾਰਟੀਆਂ ਨੂੰ ਇਲੈਕਟ ਕਰਕੇ ਉੱਪਰੋਂ ਜਿਹੜਾ ਹੁਕਮ ਆਉਣ ਤੋਂ ਥੱਲੇ ਨੂੰ ਜਿਹੜਾ ਨਹੀਂ ਰੁਕਦਾ। ਹੁਣ ਤੁਹਾਨੂੰ ਯਾਦ ਹੋਏਗਾ ਕਿ ਸਾਹਿਬ ਕਾਂਸ਼ੀ ਰਾਮ ਜੀ ਨੇ ਕਿਹਾ ਸੀ ਕਿ ਇੱਕ ਨੋਟ ਇੱਕ ਵੋਟ, ਉਹ ਤੁਸੀਂ ਪਾਓ ਔਰ ਤੁਸੀਂ ਆਪਣੀ ਸਰਕਾਰ ਬਣਾਓ। ਹੁਣ ਜਿਹੜੇ ਰਾਜਸੀ ਲੋਕ ਆ ਜਾਂ ਜਿਹੜੇ ਸਰਮਾਏਦਾਰ ਲੋਕ ਆ ਉਹ ਤਾਂ ਪਹਿਲਾਂ ਹੀ ਬਕਾਊ ਆ, ਉਹਨਾਂ ਨੇ ਉਹੀ ਕਰਨਾ ਜੋ ਉਹਨਾਂ ਨੂੰ ਸਰਮਾਏਦਾਰਾਂ ਨੇ ਕਹਿਣਾ। ਹੁਣ ਦੇਖੋ, ਅਗਰ ਬਾਬਾ ਸਾਹਿਬ ਦੀ ਆਈਡੀਓਲੋਜੀ ਮੁਤਾਬਕ, ਸਾਹਿਬ ਕਾਂਸ਼ੀ ਰਾਮ ਦੀ ਆਈਡੀਓਲੋਜੀ ਮੁਤਾਬਕ ਜੇ ਇੱਕ ਨੋਟ ਇੱਕ ਵੋਟ ਪਾ ਕੇ ਅਸੀਂ ਆਪਣੀ ਸਰਕਾਰ ਬਣਾਈ ਹੁੰਦੀ, ਪਿੰਡਾਂ ਦੇ ਵਿੱਚੋਂ 10, 50, 100 ਪਿੰਡਾਂ ਦੇ ਵਿੱਚੋਂ ਲੋਕ ਖੜਾ ਕਰਕੇ ਜਿਹੜਾ ਇਮਾਨਦਾਰ ਬੰਦਾ ਉਹਨੂੰ ਖੜਾ ਕੀਤਾ ਹੁੰਦਾ, ਤਾਂ ਉਹ ਸਰਮਾਏਦਾਰਾਂ ਦੇ ਇਸ਼ਾਰੇ 'ਤੇ ਅੱਜ ਕਾਨੂੰਨ ਨਾ ਬਣਦੇ। ਜੇ ਉਹ ਕੰਮ ਹੋਇਆ ਹੁੰਦਾ, ਜੇ ਸਾਹਿਬ ਕਾਂਸ਼ੀ ਰਾਮ ਦੀ ਆਈਡੀਓਲੋਜੀ ਮੁਤਾਬਕ ਅਸੀਂ ਸਰਕਾਰ ਬਣਾਈ ਹੋਵੇ, ਜਿੰਨੀ ਦੇਰ, ਮੇਰੇ ਕਹਿਣ ਤੋਂ ਭਾਵ ਇਹ ਆ, ਤੁਸੀਂ ਸਮਝ ਗਏ ਗੱਲ, ਕਿ ਜਿੰਨਾ ਚਿਰ ਥੱਲਿਓਂ ਜਿਹੜੀ ਆ ਉਹ ਲੋਕਾਂ ਦੀ ਗੱਲ ਨਹੀਂ ਹੁੰਦੀ, ਲੋਕ ਆਪਣੀ ਸਰਕਾਰ ਆਪ ਨਹੀਂ ਬਣਾਉਂਦੇ, ਉਹਨਾਂ ਚਿਰ ਲੋਕ ਜਿਹੜੇ ਆ ਉਹ ਗੁੰਮਰਾਹ ਹੁੰਦੇ ਰਹਿਣਗੇ ਸਰਮਾਏਦਾਰਾਂ ਦੇ ਇਸ਼ਾਰਿਆਂ 'ਤੇ, ਰਾਜਸੀ ਪਾਰਟੀਆਂ ਦੇ ਇਸ਼ਾਰਿਆਂ 'ਤੇ। ਹੁਣ ਜਿਹੜਾ ਕੰਮ ਆ ਉਹ ਹੁਕਮ ਉੱਪਰੋਂ ਆ ਰਿਹਾ। ਜੇ ਲੋਕਾਂ ਨੇ ਆਪ ਆਪਣਾ ਲੀਡਰ ਖੜਾ ਕਰਕੇ ਜਿਤਾਇਆ ਹੋਊ, ਜਥੇਬੰਦਕ ਢਾਂਚਾ ਜਿੱਦਾਂ ਸਾਹਿਬ ਕਾਂਸ਼ੀ ਰਾਮ ਕਹਿੰਦੇ ਸੀ ਕਿ ਗੈਰ ਰਾਜਨੀਤਿਕ ਜੜ੍ਹਾਂ ਜਿਹੜੀਆਂ ਉਹ ਬਣਾਉਣੀਆਂ ਜ਼ਰੂਰੀ ਆ, ਜਿੰਨਾ ਚਿਰ ਅਸੀਂ ਗੈਰ ਰਾਜਨੀਤਿਕ ਜੜ੍ਹਾਂ ਨਹੀਂ ਬਣਾਉਂਦੇ, ਗੈਰ ਰਾਜਨੀਤਿਕ ਜੜ੍ਹਾਂ ਦੇ ਵਿੱਚੋਂ ਹੀ ਰਾਜਸੀ ਪਾਰਟੀ ਨਹੀਂ ਜਿੰਨਾ ਚਿਰ ਖੜੀ ਹੁੰਦੀ, ਉਹਨਾਂ ਚਿਰ ਇਹ ਜਿਹੜਾ ਆ ਭੰਬਲ ਭੂਸਾ ਜੇ ਆਪਾਂ ਪੰਜਾਬੀ 'ਚ ਕਹਿ ਦਈਏ ਤਾਂ ਇਹ ਬਣਿਆ ਰਹੇਗਾ। ਇੱਦਾਂ ਹੀ ਇਹ ਬਣਿਆ ਵੀ ਰਹਿਣਾ, ਕਿਉਂਕਿ ਜਿਹੜੀਆਂ ਸਰਮਾਏਦਾਰ ਹੁੰਦੇ ਆ ਉਹਨਾਂ ਨੇ ਆਪਣੀ ਹਰ ਵਾਰੀ ਕੋਈ ਨਾ ਕੋਈ ਗੇਮ ਖੇਡ ਕੇ ਪੈਸੇ ਦੇ ਲਾਲਚ ਨੂੰ, ਅੱਜ ਜਿਵੇਂ ਭਾਰਤ ਹਾਈਜੈਕ ਹੋ ਚੁੱਕਾ, ਮੈਂ ਠੋਕ ਵਜਾ ਕੇ ਕਹਿਣਾ ਕਿ ਭਾਰਤ ਦੀਆਂ ਰਾਜਸੀ ਪਾਰਟੀਆਂ ਔਰ ਭਾਰਤ ਦੀ ਸਾਰਾ ਹੀ ਐਡਮਿਨਿਸਟ੍ਰੇਸ਼ਨ, DC ਤੋਂ ਲੈ ਕੇ ਮੁੱਖ ਮੰਤਰੀ ਚਾਹੇ ਕੋਈ ਵੀ ਹੋਵੇ, ਸਭ ਹਾਈਜੈਕ ਹੋ ਚੁੱਕੇ, ਸਰਮਾਏਦਾਰਾਂ ਦੇ ਜੁੰਗਲ 'ਚ ਫਸ ਚੁੱਕੇ ਆ, ਕਿਉਂਕਿ ਉਹਨਾਂ ਨੇ ਵੱਡੇ ਟਰੱਕ ਸ਼ਰਾਬਾਂ ਦੇ ਭੇਜ ਕੇ, ਵੱਡੇ ਨੋਟਾਂ ਦੀਆਂ ਗੱਡੀਆਂ ਭੇਜ ਕੇ ਇੱਥੇ ਵੋਟਾਂ ਖਰੀਦੀਆਂ। ਇਸ ਕਰਕੇ ਜਿਹੜਾ ਆ ਇਹ ਆਉਣਾ ਹਜੇ ਥੋੜ੍ਹਾ ਜਿਹਾ ਮੁਸ਼ਕਲ ਲੱਗਦਾ। ਲੇਕਿਨ ਜੇ ਅਸੀਂ ਜਥੇਬੰਦਕ ਢਾਂਚਾ ਉਸਾਰਨ ਦੀ ਕੋਸ਼ਿਸ਼ ਕਰੀਏ, ਜੇ ਅਸੀਂ ਗਰਾਊਂਡ ਟੂ ਗਰਾਊਂਡ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਸਲਾਹ ਕਰਕੇ ਭਾਈਚਾਰਕ ਸਾਂਝ ਬਣਾ ਕੇ ਕਰੀਏ ਤਾਂ ਇਹ ਪੋਸੀਬਲ ਵੀ ਹੈਗਾ। ਤੁਸੀਂ ਸੁਣਿਆ ਕਿ ਸਰਪੰਚ ਪਿੰਡ ਮਠੱਡਾ ਕਲਾਂ ਕਾਂਤੀ ਮੋਹਨ ਜੀ ਨੇ ਕਿਹਾ ਕਿ ਅਜੇ ਸਾਨੂੰ ਬਦਲਾਅ ਹੁੰਦਾ ਦੀਦਾ ਨਹੀਂ ਉਨਾ ਚਿਰ ਜਿੰਨਾ ਚਿਰ ਲੋਕ ਜਿਹੜੇ ਆ ਇੱਕ ਨੋਟ ਤੇ ਇੱਕ ਵੋਟ ਪਾ ਕੇ ਆਪਣੇ ਮਨ ਦੀ ਸਰਕਾਰ ਨਹੀਂ ਚੁਣਦੇ, ਉਨਾ ਚਿਰ ਇਹ ਸਰਮਾਏਦਾਰੀ ਜਿਹੜੀ ਆ ਉਹ ਲੋਕਾਂ ਦੇ ਭਾਰੂ ਰਹੇਗੀ। ਤੁਸੀਂ ਇਸ ਪ੍ਰੋਗਰਾਮ ਨੂੰ ਸੁਣਿਆ, ਕਿਹੋ ਜਿਹਾ ਲੱਗਾ?
ਆਪਣੇ ਕਮੈਂਟ ਬਾਕਸ ਵਿੱਚ ਜ਼ਰੂਰ ਰਾਏ ਦਿਓ। ਤੁਸੀਂ ਸੁਣ ਰਹੇ ਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਨੂੰ। ਅਸੀਂ ਆਪਣੇ ਸੱਜਣਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ, ਤਾਂ ਕਿ ਸਾਡੀ ਹਰ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਹੋਰ ਇੱਕ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਵਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ। ਸਰਪੰਚ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ। ਧੰਨਵਾਦ। ਜੈ ਭੀਮ, ਜੈ ਭਾਰਤ। ਤੁਸੀਂ ਦੇਖ ਰਹੇ ਸੀ ਬਿਲਗਾ ਨਿਊਜ਼ ਆਨਲਾਈਨ ਚੈਨਲ। ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।